फतेह बिघ्न विनाशन सोए। वाहिगुरु जी की फतेह बिघ्न विनाशन सोए। सतनाम श्री वाहिगुरु साहिब जीओ। गायो देश मालवा फिर के इत उत को नर हेरन करके। एक दिन सतगुर बैठ बखाना दयावान एह देश महाना। वाहिगुरु जी का खालसा वाहिगुरु जी की फतेह। जुग हो जुग अटल चबर शतर तख्त के मालिक साहिबे कमाल। मीरान मीर पीरान पीर सतगुरु धन धन श्री गुरु ग्रंथ साहिब जी महाराज। गुरुदेव जी की पावन पवित्र हजूरी अंदर सतगुरु धन श्री गुरु तेग बहादुर साहिब सच्चे पातशाह जी के पावन पवित्र स्थानां ते संध्या दे पावन सजे दीवाना विच हाजरियां भर रही गुरु स्वरूप गुरु खालसा साध संगत जी। आप जी समूह गुर सिख संगतां ने सतगुरां दी पावन इलाही गुरबाणी दे कीर्तन सरवण कीते हन। नितां प्रत न्यायी लड़ीवार गुर इतिहास की कथा विचार सरवण करन वास्ते गुरु प्रेम अंदर आप जी पिज बैठे हो। पिछलियां प्रकरणां विच आप जी ने सरवण कीता सी श्री गुरु गोबिंद सिंह साहब सच्चे पातशाह जी महाराज श्री दमदमा साहब की पावन धरती तो जदों विचरदे कुछ दूर चले गए। रस्ते विच महाराज ने अपना डेरा कीता। सिंघां ने महाराज के चरणों विच बेनती कीती है जितने भी सिंह हन महाराज भोजन ना छकने करके उन्होंने भुख लगी भुखे हन। साहब ने हुक्म किया भाई दरख्त उपर चढ़ के दे टाणी नूं हिलाओ। ਇਹਦੇ ਤੋਂ ਪਕਵਾਨ ਚੜਨਗੇ ਪਕਵਾਨ ਡਿੱਗਣਗੇ ਛਕ ਕੇ ਤ੍ਰਿਪਤ ਹੋ ਲੈਣਾ। ਸਾਹਿਬ ਦਾ ਬਚਨ ਮੰਨ ਕੇ ਗੁਰਸਿੱਖ ਦਰਖਤ ਉੱਪਰ ਚੜ੍ਹ ਕੇ ਉਹਨਾਂ ਨੇ ਜਦੋਂ ਉਹਦੇ ਟਾਣੇ ਨੂੰ ਹਿਲਾਉਣਿਆ ਤੇ ਅਨੇਕਾਂ ਪ੍ਰਕਾਰਾਂ ਦੇ ਪਕਵਾਨ ਦਰਖਤ ਦੇ ਟਾਣੇ ਤੋਂ ਚੜ੍ਹੇ ਜਿਨ੍ਹਾਂ ਨੂੰ ਛਕ ਕੇ ਸਿੰਘ ਤ੍ਰਿਪਤ ਹੋਏ। उपरंत महाराज कलगीधर जी श्री दमदमा साहब की धरती ते पहुँचे ने। भाई डल्ले ने बेनती की महाराज मीह नहीं पै रहा जिस करके चार चफेरे दुकाल है। सतगुरां ने हुक्म किया डलिया अपने पैर का जोड़ा लैके जुत्ती लैके 7 वारी आकाश वाल इंद्र का नाम लैके वगा के मार मीह पैण लग पवेगा। भाई डल्ले ने हुक्म मन के 7 वारी जुत्ती ला के आकाश वल मारी। उसे वक्त ही बरखा होण लग पई मीह पैण लग पिया। सतगुरु सच्चे पातशाह धन गुरु गोबिंद सिंह साहब जी महाराज इस कौतक नूं वेख के हसन लग पे। गुरु नानक साहब महाराज सतगुरां दी पावन पवित्र अमृत बाणी विचों सलोक पढ़िया पै विच पवन वहै सदवाओ पै विच चलह लख दरियाओ पै विच अगन कढै बेगार पै विच धरती दबी पार पै विच सूरज पै विच चंद कोह करोड़ी चलत न अंत। ये पावन सलोक महाराज ने उचारिया जिस नूं सरवण करके सारी संगत बड़ी प्रसन्न होई। आओ अगले प्रकरण प्रेम दे नाल सरवण करिए।
ਮਨ ਦੀ ਇਕਾਗਰਤਾ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਸਹਿਤ ਜਪਣਾ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਹਿਓ ਦੇਸ਼ ਮਾਲਵਾ ਫਿਰ ਕੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਹਨ। ਮਾਲਵੇ ਦੀ ਧਰਤੀ ਦੇ ਉੱਤੇ ਮਹਾਰਾਜ ਨੇ ਆਪਣੇ ਚਰਨ ਪਾ ਕੇ ਵਿਚਰਦਿਆਂ ਹੋਇਆਂ ਇਤ ਉਤ ਕੋ ਨਰ ਹੇਰਣ ਕਰਕੇ। ਗੁਰੂ ਸਾਹਿਬ ਜੀ ਨੇ ਇੱਧਰ ਉੱਧਰ ਦੇ ਜਿਤਨੇ ਵੀ ਮਨੁੱਖ ਹਨ ਉਹਨਾਂ ਸਾਰਿਆਂ ਨੂੰ ਵੇਖਿਆ, ਉਹਨਾਂ ਦਾ ਪਾਰ ਉਤਾਰਾ ਕੀਤਾ ਹੈ। ਇੱਕ ਦਿਨ ਸਤਿਗੁਰ ਬੈਠ ਬਖਾਨਾ। ਇੱਕ ਦਿਨ ਆਪਣੇ ਦੀਵਾਨ ਵਿੱਚ ਬਿਰਾਜਮਾਨ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ, ਦਇਆਵਾਨ ਇਹ ਦੇਸ਼ ਮਹਾਨਾ। ਪਾਤਸ਼ਾਹ ਕਹਿੰਦੇ ਮਾਲਵੇ ਦਾ ਇਹ ਦੇਸ਼ ਨਾ ਬੜਾ ਦਇਆਵਾਨ ਹੈ। ਇੱਥੋਂ ਦੇ ਰਹਿਣ ਵਾਲੇ ਲੋਕ ਬੜੇ ਦਿਆਲੂ ਸੁਭਾਅ ਦੇ ਹਨ। ਸਿੱਖੀ ਭਾਵ ਵਡੇਰ ਵਡੇਰਾ। ਇਹਨਾਂ ਦੇ ਮਨ ਵਿੱਚ ਸਿੱਖੀ ਦਾ ਭਾਵ ਪ੍ਰੇਮ ਹੈ। ਸਿੱਖੀ ਪ੍ਰਤੀ ਬੜੀ ਪ੍ਰੀਤ ਰੱਖਦੇ ਹਨ। ਸਿੱਖੀ ਦੇ ਨਾਲ ਇਹ ਬੜਾ ਪ੍ਰੇਮ ਕਰਦੇ ਹਨ। ਪ੍ਰੇਮ ਕਰਕੇ ਗੁਰੂ ਕੀ ਸਿੱਖੀ ਨੂੰ ਕਮਾਉਂਦੇ ਹਨ। ਦੋਸ਼ ਅਹੀਂ ਕਹਿ ਝੂਠ ਕਨੇਰਾ। ਪਰ ਇਹਨਾਂ ਵਿੱਚ ਇੱਕ ਦੋਸ਼ ਹੈ। ਸਿੱਖੀ ਨਾਲ ਤਾਂ ਪ੍ਰੇਮ ਕਰਦੇ ਨੇ, ਪਰ ਨਾਲ ਇਹਨਾਂ ਦੇ ਵਿੱਚ ਇੱਕ ਦੋਸ਼ ਵੀ ਹੈ ਵੀ ਝੂਠ ਬੜਾ ਬੋਲਦੇ ਨੇ। ਇਹਨਾਂ ਨੂੰ ਝੂਠ ਬੋਲਣ ਦੀ ਵੀ ਆਦਤ ਹੈ। ਇਹ ਦੋਸ਼ ਹੈ ਇਹਨਾਂ ਵਿੱਚ। ਸਿੱਖੀ ਦੀ ਕਮਾਈ ਤਾਂ ਠੀਕ ਹੈ, ਪਰ ਝੂਠ ਬੋਲਣਾ ਤਾਂ ਮਹਾਂ ਪਾਪ ਹੈ ਨਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਗੁਰਸਿੱਖ ਨੂੰ ਝੂਠ ਨਹੀਂ ਬੋਲਣਾ ਚਾਹੀਦਾ। ਝੂਠ ਤਾਂ ਬਹੁਤ ਵੱਡਾ ਪਾਪ ਹੈ। ਰਸਨਾ ਦੇ ਨਾਲ ਝੂਠ ਬੋਲਣ ਦੇ ਨਾਲ ਮਨੁੱਖ ਦੇ ਸ਼ੁਭ ਗੁਣ ਜਿਹੜੇ ਨਸ਼ਟ ਹੁੰਦੇ ਨੇ। ਸੱਚ ਬੋਲਣ ਦੇ ਨਾਲ ਤਨ ਤੇ ਮਨ ਸੱਚਾ ਹੁੰਦਾ ਹੈ। ਝੂਠ ਬੋਲਣ ਦੇ ਨਾਲ ਮਨ ਵੀ ਝੂਠਾ ਹੋ ਜਾਂਦਾ। ਝੂਠ ਤੇ ਝੂਠ ਇਹਨਾਂ ਦੋਹਾਂ ਤੋਂ ਮਹਾਰਾਜ ਨੇ ਦੂਰ ਰਹਿਣ ਲਈ ਖਾਲਸੇ ਨੂੰ ਉਦੇਸ਼ ਦਿੱਤਾ ਹੈ। ਮੇਰਾ ਖਾਲਸਾ ਝੂਠ ਤੇ ਝੂਠ ਤੋਂ ਦੂਰ ਰਹੇ। ਇੱਕ ਤਾਂ ਜਿਹੜੀ ਭੋਜਨ ਦੀ ਝੂਠ ਹੁੰਦੀ ਹੈ, ਇੱਕ ਜਗਤ ਝੂਠ ਜਿਹਨੂੰ ਤਮਾਕੂ ਕਹਿੰਦੇ ਨੇ। ਇਹ ਝੂਠ ਤੋਂ ਦੂਰ ਰਹੇ ਤੇ ਮੇਰਾ ਖਾਲਸਾ ਝੂਠ ਤੋਂ ਦੂਰ ਰਹੇ। ਆਪਾਂ ਚਲੋ ਸਿੱਖੀ ਦੇ ਨਾਲ ਪ੍ਰੇਮ ਵੀ ਕਰਦੇ ਹਾਂ, ਸਿੱਖੀ ਨੂੰ ਵੀ ਕਮਾਉਣ ਦਾ ਯਤਨ ਕਰਦੇ ਹਾਂ, ਪਰ ਕਈ ਵਾਰੀ ਸਾਡੇ ਵਿੱਚ ਅਜਿਹੇ ਔਗੁਣ ਹੁੰਦੇ ਜਿਨ੍ਹਾਂ ਵੱਲ ਆਪਾਂ ਧਿਆਨ ਨਹੀਂ ਮਾਰਦੇ। ਝੂਠ ਵੀ ਬੋਲੀ ਜਾਂਦੇ ਹਾਂ, ਬਾਣੀ ਵੀ ਪੜ੍ਹ ਲੈਂਦੇ ਹਾਂ ਤੇ ਝੂਠ ਵੀ ਬੋਲ ਲੈਂਦੇ ਹਾਂ। ਮਹਾਰਾਜ ਕਹਿੰਦੇ ਫਿਰ ਦੋਹਾਂ ਦਾ ਇਹ ਮੇਲ ਨਹੀਂ। ਇੱਕ ਪਾਸੇ ਗੁਣ ਤੇ ਦੂਜੇ ਪਾਸੇ ਔਗੁਣ। ਸੋ ਇੱਥੋਂ ਦੇ ਲੋਕ ਸਿੱਖੀ ਨਾਲ ਪ੍ਰੇਮ ਤਾਂ ਕਰਦੇ ਨੇ, ਪਰ ਉਹਨਾਂ ਵਿੱਚ ਦੋਸ਼ ਇਹੀ ਹੈ ਕਿ ਝੂਠ ਬੋਲਦੇ ਹਨ। ਪੁੱਤਰੀ ਪਿੱਛੇ ਪਲਹਿ ਸਦਾਈ। ਮਹਾਰਾਜ ਕਹਿੰਦੇ ਫਿਰ ਇਹ ਪੁੱਤਰੀਆਂ ਪਿੱਛੇ ਪਲਦੇ ਨੇ। ਮੁਰਾਦ ਇਹ ਹੈ ਕਿ ਬੱਚੀਆਂ ਨੂੰ ਵੇਚ ਦਿੰਦੇ ਧਨ ਦੇ ਲਾਲਚ ਪਿੱਛੇ। ਹੁਣ ਬੇਟੀ ਨੂੰ ਵੇਚਣਾ ਵੀ ਪਾਪ ਹੈ ਧਨ ਦੇ ਲਾਲਚ ਪਿੱਛੇ। ਇਸ ਤੋਂ ਵੱਡਾ ਤਾਂ ਅਪਰਾਧ ਕੋਈ ਨਹੀਂ। ਅੰਨ ਕਨੋ ਹੋਏ ਤੋਟ ਨਾ ਕਾਈ। ਇੱਥੇ ਅੰਨ ਘਣਾ ਬਹੁਤਾ ਹੁੰਦਾ ਹੈ। ਅੰਨ ਦੀ ਕੋਈ ਇੱਥੇ ਤੋਟਾ ਨਹੀਂ, ਅੰਨ ਦਾ ਘਾਟਾ ਨਹੀਂ ਹੈ। ਨਹੀਂ ਅਗਵਾਹੇਂਗੇ ਮਨ ਕਾਚੇ। ਪਰ ਮਹਾਰਾਜ ਕਹਿੰਦੇ ਇੱਥੋਂ ਦੇ ਲੋਕ ਜਿਹੜੇ ਨਾ ਇਹ ਮਨ ਦੇ ਕੱਚੇ ਨੇ, ਇਹ ਕਦੇ ਰੱਜਣਗੇ ਨਹੀਂ। ਇਹਨਾਂ ਦੇ ਮਨ ਅੰਦਰ ਸਦਾ ਭੁੱਖ ਤ੍ਰਿਸ਼ਨਾ ਬਣੀ ਰਹੇਗੀ। ਪੈਸੇ ਕੀ ਤ੍ਰਿਸ਼ਨਾ ਮਹਿ ਰਾਚੇ। ਇਹਨਾਂ ਦਾ ਮਨ ਪੈਸੇ ਦੀ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਰੱਜਿਆ ਹੋਇਆ ਹੈ। ਬਾਕ ਨਾ ਮਾਨੇ ਰਹਿਮਤ ਮਾਰੇ। ਇਹ ਸਾਡੀ ਗੱਲ ਵੀ ਨਹੀਂ ਮੰਨਦੇ, ਬਚਨ ਨਹੀਂ ਮੰਨਦੇ। ਇਹਨਾਂ ਦੀ ਮੱਤ ਜਿਹੜੀ ਆ ਮਾਰੀ ਹੋਈ ਮਾਇਆ ਨੇ। ਜਿਨ੍ਹਾਂ ਦੀ ਮੱਤ ਮਾਇਆ ਨੇ ਮਾਰੀ ਹੋਵੇ ਉਹਨਾਂ ਨੂੰ ਗੁਰੂ ਦੇ ਬਚਨ ਕਿੱਥੇ ਚੰਗੇ ਲੱਗਦੇ ਹਨ। ਜਿਨ੍ਹਾਂ ਨੂੰ ਮਾਇਆ ਨਾਲ ਪ੍ਰੀਤ ਹੋਵੇ ਉਹਨਾਂ ਨੂੰ ਗੁਰੂ ਦੇ ਬਚਨਾਂ ਨਾਲ ਕੋਈ ਪ੍ਰੀਤ ਤੇ ਪ੍ਰਤੀਤ ਨਹੀਂ ਹੁੰਦੀ। ਇਸ ਕਰਕੇ ਸਾਡੇ ਬਚਨ ਨਹੀਂ ਮੰਨਦੇ। ਇਹਨਾਂ ਦੀ ਮੱਤ ਮਾਇਆ ਨੇ ਮਾਰੀ ਹੈ। ਆਪਣੋ ਭਲੋ ਨਾ ਜਾਣ ਗਵਾਰੇ। ਇਹ ਗਵਾਰ ਆਪਣਾ ਭਲਾ ਨਹੀਂ ਸਮਝਦੇ, ਭਲਾ ਨਹੀਂ ਜਾਣਦੇ। ਅਸੀਂ ਤਾਂ ਜੋ ਕਹਿੰਦੇ ਆ ਇਹਨਾਂ ਦੇ ਭਲੇ ਵਾਸਤੇ ਕਹਿੰਦੇ ਆ। ਸਤਿਗੁਰ ਸਭਨਾਂ ਦਾ ਭਲਾ ਮਨਾਏਦਾ। ਮਹਾਰਾਜ ਤਾਂ ਸਾਰਿਆਂ ਦਾ ਭਲਾ ਹੀ ਚਾਹੁੰਦੇ ਨੇ ਨਾ। ਜੋ ਗੁਰ ਕਹੈ ਸੋਈ ਭਲ ਮੰਨ ਹੋ। ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਮਨ ਵਿੱਚ ਮੰਨਣਾ ਚਾਹੀਦਾ, ਕਿਉਂਕਿ ਭਲਾ ਹੀ ਸਾਡਾ ਉਹਦੇ ਵਿੱਚ ਹੈ। ਮਹਾਰਾਜ ਜੋ ਕਹਿੰਦੇ ਨੇ, ਜੋ ਸਿੱਖਿਆ ਦਿੰਦੇ, ਸਿੱਖ ਦੇ ਭਲੇ ਵਾਸਤੇ ਹੀ ਦਿੰਦੇ ਨੇ।
ਜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ, ਪੁੱਤਰਾਂ ਨੂੰ ਸਮਝਾਉਂਦੇ ਨੇ, ਉਹਨਾਂ ਦੇ ਭਲੇ ਵਾਸਤੇ ਹੀ ਸਮਝਾਉਂਦੇ ਨੇ, ਤੇ ਜੋ ਸਤਿਗੁਰੂ ਕਹਿ ਰਹੇ ਨੇ ਸਿੱਖ ਨੂੰ, ਸਿੱਖ ਦੇ ਭਲੇ ਵਾਸਤੇ ਹੀ ਹੁੰਦਾ ਹੈ। ਪਰ ਸਾਹਿਬ ਜੀ ਕਹਿੰਦੇ ਹਨ ਇਹ ਆਪਣਾ ਭਲਾ ਨਹੀਂ ਸਮਝਦੇ, ਭਲਾ ਨਹੀਂ ਜਾਣਦੇ। ਚੌਪਈ ਏਕ ਵਾਰ ਸਭ ਦੇਸ਼ ਮਜਾਰੀ। ਮਹਾਰਾਜ ਸਤਿਗੁਰਾਂ ਨੇ ਬਚਨ ਕੀਤਾ ਜੀ, ਖਾਨ ਕੋ ਭੇਸ ਸਿੱਖੀ ਕੋ ਪਰਦੇਸ, ਮਤਲਬ ਪਾਤਸ਼ਾਹੀ ਰਾਜ ਬਿਨ ਪਾਹੀ। ਇਹਦਾ ਭਾਵ ਕਿ ਖਾਣ ਲਈ ਭੇਸ ਬਣਾਉਂਦੇ ਨੇ ਤੇ ਸਿੱਖੀ ਦੇ ਦੇਸ਼ ਤੋਂ ਇਹ ਪਰੇ ਨੇ। ਇਹ ਬਚਨ ਮਹਾਰਾਜ ਨੇ ਇੱਥੇ ਕੀਤਾ। ਸਿੱਖੀ ਕੋ ਪਰਦੇਸ, ਸਿੱਖੀ ਦਾ ਜਿਹੜਾ ਦੇਸ਼ ਹੈ ਉਹਦੇ ਤੋਂ ਇਹ ਦੂਰ ਹਨ। ਤੇ ਜਿਹੜਾ ਭੇਸ ਵੀ ਬਣਾਉਂਦੇ ਨੇ ਨਾ, ਉਹ ਵੀ ਖਾਣ ਵਾਸਤੇ ਹੀ ਬਣਾਉਂਦੇ, ਜਿਹਨੂੰ ਦੇਖਾ ਦੇਖੀ ਦੀ ਸਿੱਖੀ ਕਹਿ ਦਿੰਦੇ ਆਪਾਂ, ਵੀ ਕੇਵਲ ਮਤਲਬ ਹੁੰਦਾ ਇਹਨਾਂ ਨੂੰ। ਫਿਰ ਮਹਾਰਾਜ ਜੀ ਕਹਿੰਦੇ ਹਨ ਕਿ ਫਿਰ ਇਹਨਾਂ ਦੀ ਜਿਹੜੀ ਪਾਤਸ਼ਾਹੀ ਹੈ ਨਾ, ਉਹ ਵੀ ਮਤਲਬ ਦੀ ਹੈ। ਜਿਵੇਂ ਸਮੇਂ ਦਾ ਰਾਜ ਬਦਲਦਾ ਨਾ, ਤੇ ਜਦੋਂ ਰਾਜ ਬਦਲਦਾ ਤੇ ਲੋਕ ਵੀ ਉਹਦੇ ਨਾਲ ਪ੍ਰੀਤ ਪਾ ਲੈਂਦੇ, ਜਿਹਦਾ ਰਾਜ ਹੋਵੇ ਵੀ ਕੰਮ ਲੈਣੇ ਹੁੰਦੇ ਨੇ। ਇਹ ਵੀ ਫਿਰ ਮਤਲਬ ਦੀ ਪਾਤਸ਼ਾਹੀ ਨਾਲ ਹੀ ਪ੍ਰੇਮ ਰੱਖਦੇ ਨੇ, ਜਿਹਦੇ ਕੋਲੋਂ ਕੁਝ ਮਿਲਦਾ ਉਹਦੇ ਨਾਲ ਆਪਣੀ ਪ੍ਰੀਤ ਪਾ ਲੈਂਦੇ ਨੇ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ ਫਿਰ ਰਾਜ ਬਿਨ ਪਾਹੀ, ਇਹ ਲੋਕ ਜਿਹੜੇ ਨੇ ਰਾਜ ਪਾਉਣ ਤੋਂ ਪਰੇ ਨੇ, ਭਾਵ ਇਹਨਾਂ ਨੂੰ ਰਾਜ ਸਾਜ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉੱਥੇ ਕੀਤਾ ਹੈ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ। ਇੱਕ ਵਾਰ ਮਾਲਵੇ ਦੀ ਧਰਤੀ ਦੇ ਉੱਪਰ ਸਾਰੇ ਦੇਸ਼ ਦੇ ਵਿੱਚ ਸਾਧ ਸੰਗਤ ਜੀ ਤਾਪ ਦੀ ਜਿਹੜੀ ਬਿਮਾਰੀ ਹੈ ਉਹ ਬਿਮਾਰੀ ਵਰਤ ਗਈ ਹੈ। ਪਰਿਓ ਗਰਜ ਕੇ ਤਾਪ ਸੋ ਭਾਰੀ। ਜੈਸੇ ਆਕਾਸ਼ ਦੇ ਵਿੱਚ ਬੱਦਲ ਗਰਜ ਕੇ ਚੜ ਕੇ ਆਉਂਦਾ, ਇਸੇ ਪ੍ਰਕਾਰ ਤਾਪ ਦੀ ਬਿਮਾਰੀ ਸਾਰੇ ਦੇਸ਼ ਵਿੱਚ ਗਰਜ ਪਈ ਹੈ। ਸਕਲ ਦੁਖੀ ਤਨ ਥਰ ਹਰ ਕਾਂਪੇ। ਤਾਪ ਚੜ੍ਹਨੇ ਕਰਕੇ ਸਾਰੇ ਦੁਖੀ ਹੋ ਗਏ ਤੇ ਸਰੀਰ ਉਹਨਾਂ ਦਾ ਥਰ ਥਰ ਕੰਬਦਾ ਹੈ। ਪੀਤ ਬਦਨ ਦਿਨ ਰਾਤ ਸੰਤਾਪੇ। ਚਿਹਰਾ ਵੀ ਪੀਲੇ ਰੰਗ ਦਾ ਹੋ ਗਿਆ ਤਾਪ ਕਰਕੇ। ਦਿਨ ਰਾਤ ਉਹਨਾਂ ਨੂੰ ਸੰਤਾਪ ਦੀ ਪ੍ਰਾਪਤੀ ਹੁੰਦੀ ਹੈ। ਖਾਇਓ ਜਾਏ ਨਾ ਪੀਵੇ ਪਾਣੀ। ਤਾਪ ਕਰਕੇ ਨਾ ਤਾਂ ਕੁਝ ਖਾਧਾ ਜਾਂਦਾ ਤੇ ਨਾ ਹੀ ਪਾਣੀ ਪੀਤਾ ਜਾਂਦਾ ਹੈ। ਪਰੇ ਰਹਿ ਦੁਰਬਲ ਹੈ ਮਹਾਨੀ। ਦਿਨ ਰਾਤ ਮੰਜੇ ਤੇ ਲੰਮਾ ਪਏ ਰਹਿੰਦੇ ਨੇ ਤੇ ਸਰੀਰ ਦੁਰਲਭ ਕਮਜ਼ੋਰ ਹੋ ਗਏ ਹਨ। ਡੱਲੇ ਆਨ ਗੁਰੂ ਕੇ ਪਾਸ। ਭਾਈ ਡੱਲੇ ਨੇ ਆ ਕੇ ਮਹਾਰਾਜ ਕਲਗੀਧਰ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਕਹੀ ਤਾਪ ਕੀ ਬ੍ਰਿਥਾ ਪ੍ਰਕਾਸ਼। ਉੱਥੇ ਜਿਹੜੀ ਤਾਪ ਦੀ ਬਿਮਾਰੀ ਚਾਰ ਚਫੇਰੇ ਫੈਲੀ ਹੋਈ ਸੀ, ਉਹਦੇ ਬਾਬਤ ਆ ਕੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ। ਮਹਾਰਾਜ ਕੁਛ ਯਤਨ ਬਤਾਵੋ। ਇਹ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਕੋਈ ਯਤਨ ਦੱਸਣਾ ਕਰੋ। ਆਪਣੇ ਜਾਨੋ ਤਾਪ ਮਿਟਾਵੋ। ਇਥੋਂ ਦੇ ਲੋਕਾਂ ਨੂੰ ਆਪਣਾ ਸਿੱਖ ਜਾਣ ਕੇ ਮਹਾਰਾਜ ਇਹਨਾਂ ਦਾ ਤਾਪ ਦਾ ਰੋਗ ਮਿਟਾ ਦਿਓ। ਤੁਮ ਬਿਨ ਹਮਰੋ ਨਹਿ ਰਖਵਾਰਾ। ਤੁਹਾਡੇ ਤੋਂ ਬਿਨਾਂ ਸਾਡਾ ਹੋਰ ਕੋਈ ਰਖਵਾਲਾ ਨਹੀਂ ਮਹਾਰਾਜ। ਆਪ ਜੀ ਹੀ ਸਾਡੇ ਰਖਵਾਲੇ ਰਕਸ਼ਾ ਕਰਨ ਵਾਲੇ ਹੋ। ਹਮਰੀ ਕਰੋ ਹਾਥ ਦੇ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ। ਆਪ ਜੀ ਕਿਰਪਾ ਕਰੋ, ਸਾਡੀ ਰੱਖਿਆ ਕਰੋ ਸਭਨਾਂ ਦੀ। ਗਹਿਓ ਆਸਰਾ ਬੜੇ ਵਿਚਾਰਾ। ਪਾਤਸ਼ਾਹ ਜੀ ਅਸੀਂ ਆਪ ਜੀ ਨੂੰ ਵੱਡਾ ਜਾਣ ਕੇ ਆਪ ਜੀ ਦਾ ਆਸਰਾ ਗ੍ਰਹਿਣ ਕੀਤਾ ਹੈ। ਸੁਨਤ ਬਿਨੈ ਕੋ ਭਏ ਕਿਰਪਾਲ। ਭਾਈ ਡੱਲੇ ਦੀ ਅਰਦਾਸ ਬੇਨਤੀ ਸੁਣ ਕੇ ਮਹਾਰਾਜ ਕਿਰਪਾ ਦੇ ਘਰ ਵਿੱਚ ਆ ਗਏ। ਕਹਿਓ ਉਪਾਏ ਕਰੋ ਤਤਕਾਲ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਭਾਈ ਸਾਡੇ ਦੱਸੇ ਦੇ ਮੁਤਾਬਕ ਹੁਣ ਤਤਕਾਲ ਇਹ ਜਿਹੜਾ ਉਪਾਅ ਕਰਨਾ ਕਰੋ। ਸਿਰ ਪਰ ਰਾਖੋ ਸਗਰੇ ਕੇਸ਼। ਸਾਰੇ ਜਾਣੇ ਆਪਣੇ ਸੀਸ ਦੇ ਉੱਪਰ ਨਾ ਕੇਸ ਰੱਖ ਲਓ, ਸਾਰੇ ਕੇਸਾ ਧਾਰੀ ਹੋ ਜਾਓ। ਕੇਸ ਜਿਹੜੇ ਹਨ ਇਹ ਗੁਰੂ ਕੀ ਮੋਹਰ ਹਨ। ਹਰ ਇੱਕ ਸਿੱਖ ਨੂੰ ਉਪਦੇਸ਼ ਹੈ ਮਹਾਰਾਜ ਜੀ ਦਾ ਕੇਸ ਰੱਖਣ ਦਾ। ਬਿਨਾ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ, ਗਹੇ ਕਾਨਤਾ ਕੋ ਕੀਤਾ ਲੈ ਸਿਧਾਨੋ। ਬਿਨਾ ਸ਼ਸਤਰ ਤੇ ਕੇਸ ਮਨੁੱਖ ਨੂੰ ਭੇਡ ਦੇ ਵਾਂਗੂ ਸਮਝੋ। ਇਹ ਰਹਿਤਨਾਮਿਆਂ ਦੇ ਬਚਨ ਨੇ ਮਹਾਰਾਜ ਕਲਗੀਧਰ ਜੀ ਦੇ। ਜਿਵੇਂ ਭੇਡ ਦਾ ਕੰਨ ਫੜ ਕੇ ਕੋਈ ਕਿਧਰੇ ਲੈ ਜਾਏ ਤੇ ਉਹਨੂੰ ਫੜ ਕੇ ਮੁੰਨ ਦਿੰਦਾ ਹੈ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜੇ ਸ਼ਸਤਰ ਤੇ ਕੇਸ ਨਹੀਂ ਤੇ ਭੇਡ ਵਾਂਗੂ ਸਮਝੋ ਮਨੁੱਖ ਨੂੰ। ਬਿਨਾਂ ਸ਼ਸਤਰ ਕੇਸੰ ਨਰੰਗ ਭੇਡ ਜਾਨੋ।
ਇਸ ਕਰਕੇ ਤੁਸੀਂ ਸਾਰੇ ਜਾਣੇ ਆਪਣੇ ਸੀਸ ਦੇ ਉੱਪਰ ਕੇਸ ਧਾਰਨ ਕਰ ਲਓ, ਕੇਸਾ ਧਾਰੀ ਹੋ ਜਾਵੋ। ਗੁਰਬਾਣੀ ਨਿਤ ਪੜੋ ਵਿਸ਼ੇਸ਼, ਚਿਤ ਲਾ ਕੇ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਨਿਤਾਂ ਪ੍ਰਤੀ ਪੜਿਆ ਕਰੋ। ਨਿਕਸੈ ਤਾਪ ਦੇਸ਼ ਤੇ ਤਬੈ, ਜੇ ਬਾਣੀ ਨੂੰ ਪੜੋਗੇ, ਬਾਣੀ ਪੜਨ ਦੇ ਨਾਲ ਇਹ ਜਿਹੜਾ ਤਾਪ ਤੁਹਾਡੇ ਦੇਸ਼ ਦੇ ਵਿੱਚੋਂ ਨਿਕਲ ਜਾਏਗਾ। ਗੁਰਮਤਿ ਕਰਨ ਲਗੋਗੇ ਜਬੈ, ਮਹਾਰਾਜ ਕਹਿੰਦੇ ਇਹ ਸਾਰੇ ਰੋਗ ਉਦੋਂ ਨਿਵਰਤ ਹੋ ਜਾਣਗੇ ਜਦੋਂ ਤੁਸੀਂ ਗੁਰਮਤਿ ਦੇ ਧਾਰਨੀ ਹੋ ਜਾਓਗੇ। ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ, ਜਦੋਂ ਉਹਦੇ ਮੁਤਾਬਕ ਤੁਸੀਂ ਕਰਮ ਕਰਨੇ ਸ਼ੁਰੂ ਕਰ ਦਿਓਗੇ ਨਾ, ਫਿਰ ਤੁਹਾਡੇ ਜੀਵਨ 'ਚ ਦੁੱਖ ਹੀ ਕੋਈ ਨਹੀਂ ਰਹੇਗਾ। ਦੁੱਖ ਹੁੰਦਾ ਕਿਸ ਚੀਜ਼ ਦਾ ਹੈ? ਦੁੱਖ ਇਹੀ ਹੈ ਕਿ ਗੁਰੂ ਸਾਹਿਬ ਦੇ ਆਸ਼ੇ ਤੋਂ ਬਿਨਾਂ, ਗੁਰੂ ਦੇ ਸਿਧਾਂਤ ਤੋਂ ਬਿਨਾਂ ਜੀਵਨ ਦੁੱਖ ਹੀ ਹੈ। ਜਿਹੜਾ ਅਸੀਂ ਜੀਵਨ ਆਪਣੀ ਮਰਜ਼ੀ ਨਾਲ ਗੁਰੂ ਦੇ ਸਿਧਾਂਤ ਤੋਂ ਬਿਨਾਂ ਬਤੀਤ ਕਰਦੇ ਹਾਂ, ਦੁੱਖ ਰੂਪ ਹੀ ਹੈ। ਤੇ ਜਿਹੜਾ ਜੀਵਨ ਸਤਿਗੁਰਾਂ ਦੇ ਸਿਧਾਂਤ ਦੇ ਮੁਤਾਬਕ ਸਿੱਖ ਬਤੀਤ ਕਰਦਾ, ਉਹ ਜਿਹੜਾ ਜੀਵਨ ਸੁਖੀ ਹੈ। ਜਦੋਂ ਆਪਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਜੀਵਨ ਵੱਲ ਝਾਤੀ ਮਾਰਦੇ ਹਾਂ ਤੇ ਆਪਾਂ ਕਈ ਵਾਰੀ ਪੜ੍ਹਦੇ ਸੁਣਦੇ ਹਾਂ, ਸਤਿਗੁਰ ਜੀ ਤਤੀ ਲੋਹ ਤੇ ਬਹਿ ਕੇ ਵੀ ਇਹੀ ਕਹਿੰਦੇ ਨਾ ਜੀ, ਵਾਹਿਗੁਰੂ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤਤੀ ਲੋਹ ਤੇ ਬਹਿ ਕੇ ਵੀ ਉਲਾਂਭਾ ਨਹੀਂ ਦਿੱਤਾ ਪਰਮੇਸ਼ਰ ਨੂੰ, ਉਲਾਹਨੋ ਮੈਂ ਕਾਹੂ ਨਾ ਦਿਓ। ਕਿਉਂ? ਕਿਉਂਕਿ ਇਹ ਤੁਹਾਡਾ ਹੁਕਮ ਹੀ ਹੈ, ਇਹ ਤੁਹਾਡੀ ਆਗਿਆ ਹੈ, ਜਿਹਨੂੰ ਮੈਂ ਮਿੱਠਾ ਕਰਕੇ ਮੰਨ ਲਿਆ ਹੈ। ਗੁਰੂ ਸਾਹਿਬ ਜੀ ਤਤੀ ਲੋਹ ਤੇ ਬਹਿ ਕੇ ਵੀ ਆਪਣੇ ਆਪ ਨੂੰ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਵਿੱਚ ਇਹੀ ਭੇਟ ਕਰ ਰਹੇ ਨੇ, ਮੈਂ ਤੁਹਾਡਾ ਸੇਵਕ, ਤੁਹਾਡੀ ਆਗਿਆ ਵਿੱਚ ਹਾਂ। ਇਹ ਦੁੱਖ ਵੀ ਮੈਨੂੰ ਸੁੱਖ ਕਰਕੇ ਜਾਪ ਰਿਹਾ। ਇਹਦਾ ਭਾਵ ਇਹ ਹੈ ਕਿ ਜੀਵਨ ਜਿਹੜਾ ਹੈ, ਜਿਹੜਾ ਗੁਰੂ ਦੇ ਸਿਧਾਂਤ ਦੇ ਮੁਤਾਬਕ ਜੀਵਿਆ ਜਾਏ, ਉਹਦੇ ਵਿੱਚ ਸੁੱਖ ਹੈ। ਜਿਹੜਾ ਅਸੀਂ ਜੀਵਨ ਗੁਰੂ ਦੇ ਸਿਧਾਂਤ ਤੋਂ ਉਲਟ ਹੋ ਕੇ ਜੀਵਦੇ ਹਾਂ, ਉਹ ਜੀਵਨ ਦੁੱਖ ਰੂਪ ਹੋ ਜਾਂਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ, ਜਦੋਂ ਤੁਸੀਂ ਗੁਰਮਤਿ ਦੇ ਧਾਰਨੀ ਹੋ ਕੇ ਗੁਰਮਤਿ ਦੇ ਅਨੁਸਾਰ ਹੀ ਕਰਮ ਕਰਨ ਲੱਗ ਪਾਓਗੇ, ਆਪਣੇ ਆਪ ਹੀ ਇਹ ਤਾਪ ਤੁਹਾਡੇ ਨਗਰ ਨੂੰ ਛੱਡ ਜਾਏਗਾ। ਹੁਕਮ ਹੋਇਆ ਜੀ ਕੇਸ ਰੱਖੋ ਤੇ ਗੁਰਬਾਣੀ ਪੜ੍ਹੋ ਗੁਰੂ ਸਾਹਿਬ ਜੀ ਦੀ, ਇਹਦੇ ਨਾਲ ਤੁਹਾਡੀ ਕਲਿਆਣਤਾ ਹੋਏਗੀ। ਤੇ ਰੋਜ਼ ਗੁਰੂ ਅਮਰਦਾਸ ਸਾਹਿਬ ਦੇ ਬਚਨ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਸਰਵਣ ਕੀਤਾ ਹੈ, ਬਾਣੀ ਨੂੰ ਪੜ੍ਹਿਆ, ਬਾਣੀ ਨੂੰ ਕਮਾਇਆ, ਉਹਨਾਂ ਦੇ ਦੁੱਖ ਰੋਗ ਤੇ ਸੰਤਾਪ ਨਿਵਰਤ ਹੋ ਗਏ। ਸੁਨ ਡੱਲੇ ਸਭ ਹੁਨ ਸੁਨਾਈ, ਸਤਿਗੁਰਾਂ ਦਾ ਪਾਵਨ ਹੁਕਮ ਸੁਣ ਕੇ ਭਾਈ ਡੱਲੇ ਨੇ ਸਾਰਿਆਂ ਨੂੰ ਇਹ ਹੁਕਮ ਸੁਣਾ ਦਿੱਤਾ ਹੈ। ਕਰਤ ਪਏ ਤਿਮ ਨਰ ਸਮੁਦਾਈ, ਜਿਵੇਂ ਪਾਤਸ਼ਾਹ ਜੀ ਹੁਕਮ ਕਰਦੇ ਨੇ, ਸਤਿਗੁਰਾਂ ਦੇ ਹੁਕਮਾਂ ਦੇ ਅਨੁਸਾਰ ਹੀ ਉੱਥੋਂ ਦੇ ਲੋਕ ਕਰਮ ਕਮਾਉਣ ਲੱਗੇ ਹਨ। ਤਜ ਨਿਜ ਗ੍ਰਾਮਨ ਕੋ ਚਲ ਆਏ, ਜਿਤਨੇ ਵੀ ਉੱਥੇ ਨਗਰਾਂ ਦੇ ਰਹਿਣ ਵਾਲੇ ਲੋਕ ਸਨ, ਆਪਣੇ ਗ੍ਰਾਮਾਂ ਪਿੰਡਾਂ ਨੂੰ ਛੱਡ ਕੇ ਮਹਾਰਾਜ ਦੇ ਚਰਨਾਂ ਵਿੱਚ ਦਮਦਮਾ ਸਾਹਿਬ ਆ ਗਏ। ਰਹੇ ਦਮਦਮੇ ਵੜਨ ਲਗਾਏ, ਉੱਥੇ ਆ ਕੇ ਦਮਦਮਾ ਸਾਹਿਬ ਗੁਰੂ ਕੀ ਬਾਣੀ ਪੜਨ ਲੱਗੇ ਹਨ। ਪੁਨ ਗੁਰ ਕਹਿਓ ਲਹੋ ਸੁਖ ਸਾਰੇ, ਸਤਿਗੁਰੂ ਕਲਗੀਧਰ ਜੀ ਨੇ ਪ੍ਰਸੰਨ ਹੋ ਕੇ ਸਾਰੀਆਂ ਸੰਗਤਾਂ ਨੂੰ ਹੁਕਮ ਕੀਤਾ, ਭਾਈ ਹੁਣ ਤੁਸੀਂ ਸਾਰੇ ਜਾਣੇ ਸੁਖ ਦੀ ਪ੍ਰਾਪਤੀ ਕਰੋਗੇ। ਧਰਮਸਾਲ ਰਚ ਗ੍ਰਾਮ ਮਝਾਰੇ, ਤੁਸੀਂ ਆਪਣੇ ਨਗਰਾਂ ਪਿੰਡਾਂ ਨੂੰ ਵਾਪਸ ਜਾਓ, ਆਪਣੇ ਪਿੰਡਾਂ ਦੇ ਵਿੱਚ ਧਰਮਸ਼ਾਲਾ ਬਣਾ ਕੇ ਉੱਥੇ ਬਹਿ ਕੇ ਬਾਣੀ ਪੜਿਆ ਕਰੋ। ਸਿੱਖ ਸੰਗਤ ਤਿਸ ਬੀਚ ਬਿਠਾਵੋ, ਜਿੱਥੇ ਧਰਮਸ਼ਾਲਾ ਹੋਵੇ ਉੱਥੇ ਗੁਰਸਿੱਖ ਸੰਗਤਾਂ ਨੀਤਾਂ ਪ੍ਰਤੀ ਵਿੱਚ ਬਹਿ ਕਰਕੇ ਤਰਹੁ ਪਾਓ ਔਰ ਟਹਿਲ ਕਮਾਵੋ, ਹਿਰਦੇ ਵਿੱਚ ਭਾਵ ਪ੍ਰੇਮ ਧਾਰਨ ਕਰਕੇ ਬਾਣੀ ਪੜੋ ਤੇ ਸੰਗਤਾਂ ਦੀ ਟਹਿਲ ਸੇਵਾ ਕਰੋ। ਜੋੜ ਕਰੋ ਸਤ ਸੰਗਤ ਕੇਰਾ, ਨੀਤਾਂ ਪ੍ਰਤੀ ਹਰ ਰੋਜ਼ ਗੁਰੂ ਕੀ ਸੰਗਤ ਦਾ ਜੋੜ ਕਰਿਆ ਕਰੋ। ਜੋੜ ਤੋਂ ਮੁਰਾਦ ਹੈ ਵੀ ਸਾਰੀ ਸੰਗਤ ਸਤ ਸੰਗਤ ਦੇ ਰੂਪ ਵਿੱਚ ਇਕੱਤਰ ਹੋ ਕਰਕੇ ਬੈਠਿਆ ਕਰੋ। ਗੁਰਬਾਣੀ ਮਨ ਰਚੋ ਕਨੇਰਾ, ਤੇ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਅੰਦਰ ਆਪਣੇ ਮਨ ਦੁਆਰਾ ਪ੍ਰੀਤ ਕਰਨਾ ਕਰੋ। ਹੋਏ ਹੈ ਸੁਖ ਨੈ ਚੜ ਹੈ ਤਾਪ, ਜੇਕਰ ਬਾਣੀ ਪੜ੍ਹ ਕੇ ਤੁਸੀਂ ਆਪਣੇ ਜੀਵਨ ਨੂੰ ਬਾਣੀ ਦੇ ਅਨੁਸਾਰ ਢਾਲੋਗੇ, ਇਹਦੇ ਨਾਲ ਤੁਹਾਨੂੰ ਕਦੇ ਵੀ ਤਾਪ ਨਹੀਂ ਸੰਤਾਵੇਗਾ ਤੇ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਨਾਸ਼ ਹੋਏਗੇ ਸੋਗ ਸੰਤਾਪ, ਜਿੱਥੇ ਤੁਹਾਡੇ ਤਨ ਦੇ ਰੋਗ ਨਿਵਰਤ ਹੋਵਣਗੇ, ਉੱਥੇ ਮਨ ਦੇ ਸੋਗ ਵੀ ਨਿਵਰਤ ਹੋ ਜਾਣਗੇ।
ਸਤਿਗੁਰੂ ਸਾਹਿਬ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜਿਉਂ-ਜਿਉਂ ਮਨੁੱਖ ਸਿਮਰਨ ਕਰਦਾ ਤਨ ਦੇ ਰੋਗ ਤਾਂ ਨਿਵਰਤ ਹੁੰਦੇ ਹੀ ਨੇ, ਉਹਦੇ ਨਾਲ ਮਨ ਦੇ ਸੋਗ ਵੀ ਨਿਵਰਤ ਹੋ ਜਾਂਦੇ ਨੇ। ਸੋਗ ਕਾਹਦਾ? ਫਿਕਰ ਹੁੰਦੀ ਹੈ ਨਾ, ਗਮ ਚਿੰਤਾ ਹੁੰਦੀ ਹੈ। ਜਿੱਥੇ ਪ੍ਰਭੂ ਦਾ ਚਿੰਤਨ ਆ ਜਾਏ, ਗੁਰੂ ਕੀ ਬਾਣੀ ਦਾ ਚਿੰਤਨ ਆ ਜਾਏ, ਉੱਥੇ ਕੋਈ ਸੋਗ ਨਹੀਂ ਰਿਹਾ ਕਰਦਾ। ਇਸ ਕਰਕੇ ਨਾ ਤਨ ਵਿੱਚ ਰੋਗ ਤੇ ਨਾ ਮਨ ਵਿੱਚ ਸੋਗ। ਜਿਹੜੇ ਪ੍ਰੀਤ ਕਰਕੇ ਸਤਿਗੁਰਾਂ ਦੀ ਪਵਿੱਤਰ ਬਾਣੀ ਨੂੰ ਪੜ੍ਹਦੇ ਹਨ, ਤਰ ਕਰ ਤਰਾਸ ਸਗਲ ਨੇ ਮਾਨੀ, ਭੈ ਮੰਨ ਕੇ ਸਾਰਿਆਂ ਨੇ ਗੁਰੂ ਦਾ ਹੁਕਮ ਮੰਨ ਲਿਆ। ਮਹਾਂਪੁਰਸ਼ ਇਸੇ ਕਰਕੇ ਕਹਿੰਦੇ ਵੀ ਭੈ ਬਿਨਾ ਭਗਤੀ ਨਹੀਂ ਹੁੰਦੀ। ਬੰਦਾ ਜਦੋਂ ਡਰਦਾ ਹੈ ਨਾ ਰੋਗਾਂ ਸੋਗਾਂ ਤੋਂ, ਫਿਰ ਉਦੋਂ ਹੀ ਪਰਮੇਸ਼ਰ ਚੇਤੇ ਆਉਂਦਾ। ਜਿੰਨੀ ਦੇਰ ਤੱਕ ਭੈ ਨਹੀਂ ਹੁੰਦਾ ਉਨੀ ਦੇਰ ਤੱਕ ਫਿਰ ਮੰਨਦਾ ਵੀ ਕੋਈ ਨਹੀਂ। ਫਿਰ ਤਾਪ ਦਾ ਜਿਹੜਾ ਭੈ ਸੀ ਨਾ, ਉਸ ਭੈ ਕਰਕੇ ਸਾਰਿਆਂ ਨੇ ਗੁਰੂ ਸਾਹਿਬ ਦੇ ਬਚਨ ਮੰਨ ਲਏ ਹਨ। ਕਹੀ ਗੁਰੂ ਜਿਮ ਸਭ ਤਿਮ ਠਾਨੀ, ਜਿਸ ਤਰ੍ਹਾਂ ਮਹਾਰਾਜ ਨੇ ਹੁਕਮ ਕੀਤਾ ਉਸੇ ਪ੍ਰਕਾਰ ਹੀ ਉਹਨਾਂ ਸਾਰਿਆਂ ਨੇ ਕਰਮ ਕੀਤਾ ਹੈ। ਦਇਆ ਧਰਮ ਅਰ ਬੈਠੇ ਬੋ ਬਾਨੀ, ਹਿਰਦੇ ਵਿੱਚ ਦਇਆ ਧਾਰਨ ਕਰਨੀ, ਧਰਮ ਨੂੰ ਕਮਾਉਣਾ ਤੇ ਪ੍ਰੇਮ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹਨਾ। ਸਿੱਖੀ ਪਸਰੀ ਦੇਸ਼ ਮਹਾਨੀ, ਇਸ ਤਰ੍ਹਾਂ ਦੇ ਸਿੱਖ ਕਰਮ ਕਰਨ ਲੱਗੇ ਜਿਹਦੇ ਨਾਲ ਸਾਰੇ ਮਾਲਵੇ ਦੇਸ਼ ਵਿੱਚ ਸਿੱਖੀ ਪਸਰ ਗਈ ਹੈ। ਪੁਨ ਸਰਹੰਦ ਕੇ ਸੂਬੇ ਜਾਨ, ਇਧਰ ਸਰਹੰਦ ਦਾ ਸੂਬਾ ਜਿਹੜਾ ਵਜ਼ੀਰ ਖਾਨ ਸੀ, ਉਹਨੂੰ ਪਤਾ ਲੱਗ ਗਿਆ ਮਹਾਰਾਜ ਡੱਲੇ ਪਾਸ ਬਿਰਾਜਮਾਨ ਹਨ। ਗੁਰੂ ਟੀਕੇ ਤੇ ਦੁਖੀ ਮਹਾਨ, ਸਤਿਗੁਰੂ ਮਹਾਰਾਜ ਉੱਥੇ ਟਿਕਾ ਕਰਕੇ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਸਨ। ਇਸ ਗੱਲ ਕਰਕੇ ਵਜ਼ੀਰ ਖਾਂ ਬੜਾ ਦੁਖੀ ਹੋਇਆ। ਦੁਖੀ ਤਾਂ ਪਹਿਲਾਂ ਹੀ ਬੜਾ ਸੀ। ਆਨੰਦਪੁਰ ਸਾਹਿਬ ਤੋਂ ਮਹਾਰਾਜ ਕਲਗੀਧਰ ਦੇ ਪਿੱਛੇ ਪਿਆ ਹੋਇਆ ਸੀ ਵੀ ਇਹਨਾਂ ਨੂੰ ਗ੍ਰਿਫਤਾਰ ਕਰਨਾ ਜਾਂ ਸ਼ਹੀਦ ਕਰਨਾ ਹੈ। ਪਰ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਘੋੜਿਆਂ ਨੂੰ ਪਹਾੜ ਨਦੀਆਂ ਰਾਹ ਦਿੰਦੀਆਂ, ਜਿਨ੍ਹਾਂ ਦੇ ਤੀਰ ਨੂੰ ਵੇਖ ਕੇ ਪਹਾੜ ਰਸਤਾ ਛੱਡ ਜਾਂਦੇ ਨੇ, ਇਹ ਸੂਬੇ ਸਰਹੰਦ ਵਜ਼ੀਰ ਖਾਂ ਵਰਗੇ ਕੀ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲ ਅੱਖ ਚੁੱਕ ਕੇ ਵੀ ਵੇਖ ਲੈਣ। ਕਲ ਕੇ ਦੁਖ ਨਿਵਾਰਨ ਕੋ ਭਵ ਤਾਰਨ ਕੋ ਜਗ ਪੀਤਰ ਆਏ। ਮਹਾਰਾਜ ਕਲਯੁਗ ਦੇ ਸਾਰੇ ਦੁੱਖਾਂ ਨੂੰ ਨਿਵਰਤ ਕਰਨ ਵਾਸਤੇ, ਭਵ ਤਾਰਨ ਕੋ ਮਨੁੱਖਾਂ ਨੂੰ ਸੰਸਾਰ ਤੋਂ ਤਾਰਨ ਵਾਸਤੇ ਜਗ ਪੀਤਰ ਆਏ। ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ। ਸੂਬਾ ਸਰਹੰਦ ਜਿਹੜਾ ਸੀ ਇਸ ਗੱਲ ਤੋਂ ਦੁਖੀ ਸੀ ਕਿਉਂਕਿ ਹਰ ਪਾਸੇ ਸ਼ਿਕਸਤ ਹੋਈ। ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਦੀ ਗੜੀ, ਮੁਕਤਸਰ ਸਾਹਿਬ, ਹਰ ਪਾਸੇ ਹਾਰ ਦੀ ਪ੍ਰਾਪਤੀ ਹੋਣੇ ਕਰਕੇ ਉਹ ਬੜਾ ਦੁਖੀ ਹੈ। ਉਹਨੂੰ ਜਦੋਂ ਪਤਾ ਲੱਗਿਆ ਮਹਾਰਾਜ ਮਾਲਵੇ ਦੀ ਧਰਤੀ ਤੇ ਟਿਕੇ ਹੋਏ ਹਨ, ਇਸ ਗੱਲ ਕਰਕੇ ਉਹ ਹੋਰ ਜ਼ਿਆਦਾ ਕ੍ਰੋਧਿਤ ਹੋਇਆ ਹੈ। ਲਿਖਿਓ ਪੱਤਰ ਨਿਜ ਜੋਰ ਜਨਾਇਓ, ਉਹਨੇ ਡੱਲੇ ਚੌਧਰੀ ਨੂੰ ਇੱਕ ਚਿੱਠੀ ਲਿਖ ਕੇ ਆਪਣਾ ਜੋਰ ਜਨਾਉਣਾ ਕੀਤਾ ਹੈ। ਡੱਲੇ ਕੇ ਸਮੀਪ ਪਹੁੰਚਾਇਓ, ਪੱਤਰ ਲਿਖ ਕੇ ਭਾਈ ਡੱਲੇ ਦੇ ਪਾਸ ਪਹੁੰਚਾ ਦਿੱਤਾ। ਗਇਓ ਦੁਰਗ ਮਹਿ ਲੈ ਕਰ ਸੋਈ, ਸਾਧ ਸੰਗਤ ਜੀ ਉਹ ਚਿੱਠੀ ਲੈ ਕਰਕੇ ਇੱਕ ਸਿਪਾਹੀ ਕਿਲੇ ਦੇ ਵਿੱਚ ਗਿਆ ਹੈ। ਸਤਿਗੁਰ ਕੋ ਸਿਧ ਤਿਸ ਕੀ ਹੋਈ, ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਖਬਰ ਹੋ ਗਈ ਵੀ ਵਜ਼ੀਰ ਖਾਨ ਨੇ ਚਿੱਠੀ ਲਿਖ ਕੇ ਭੇਜੀ ਹੈ। ਇੱਕ ਸਿੱਖ ਕੋ ਤਬੈ ਪਠਾਇਓ, ਗੁਰੂ ਮਹਾਰਾਜ ਨੇ ਇੱਕ ਸਿੱਖ ਨਾਲ ਦੀ ਨਾਲ ਉਸ ਸਿਪਾਹੀ ਦੇ ਪਿੱਛੇ ਭੇਜ ਦਿੱਤਾ ਹੈ। ਗੁਪਤ ਰਹੋ ਸੁਨ ਕਹਾਂ ਪਠਾਇਓ, ਜਾਂਦੀ ਵਾਰ ਸਿੱਖ ਨੂੰ ਕਹਿਣ ਲੱਗੇ, ਸਿੱਖਾ ਗੁਪਤ ਰਹਿ ਕੇ ਸੁਣੀ ਕਿ ਵਜ਼ੀਰ ਖਾਨ ਨੇ ਕੀ ਕੁਝ ਚਿੱਠੀ ਵਿੱਚ ਲਿਖ ਭੇਜਿਆ ਹੈ। ਸੁਣ ਕੇ ਡੱਲਾ ਤਬ ਕਿਹਾ ਕਹੈ, ਸਤਿਗੁਰੂ ਜੀ ਕਹਿੰਦੇ ਫਿਰ ਇਹ ਵੀ ਸੁਣ ਕੇ ਆਵੀਂ ਵੀ ਚਿੱਠੀ ਸੁਣ ਕੇ ਡੱਲਾ ਅੱਗੋਂ ਕੀ ਜਵਾਬ ਦਿੰਦਾ ਹੈ। ਨਹੀਂ ਡਰੈ ਕੈ ਡਰਪਤ ਅਹੈ, ਡੱਲਾ ਉਹਦੀ ਚਿੱਠੀ ਪੜ੍ਹ ਕੇ ਡਰਦਾ ਜਾਂ ਨਿਡਰ ਹੋ ਕਰਕੇ ਰਹਿੰਦਾ ਹੈ। ਅੰਤਰ ਇਤੋਤ ਸਿੱਖ ਵਿਚਰੰਤਾ, ਸਾਧ ਸੰਗਤ ਜੀ ਸਿੱਖ ਕਿਲੇ ਦੇ ਅੰਦਰ ਚਲਾ ਗਿਆ ਤੇ ਇੱਧਰ ਉੱਧਰ ਵਿਚਰਨ ਲੱਗਾ ਹੈ। ਡੱਲਾ ਕਾਗੁਦ ਤੁਰਕ ਸੁਨੰਤਾ, ਭਾਈ ਡੱਲਾ ਬਹਿ ਕੇ ਵਜ਼ੀਰ ਖਾਨ ਤੁਰਕ ਦਾ ਲਿਖਿਆ ਹੋਇਆ ਕਾਗਜ਼ ਉਹਦੀ ਚਿੱਠੀ ਸੁਣਦਾ ਹੈ। ਕਿਉ ਨਿਜ ਬੁਰਾ ਕਰਨ ਅਬਲਾਖਾ, ਜਿਹੜੇ ਚਿੱਠੀ ਦੇ ਬੋਲ ਸਨ ਉਹਨਾਂ ਬੋਲਾਂ ਦੇ ਵਿੱਚ ਵਜ਼ੀਰ ਖਾਨ ਨੇ ਆਖਿਆ, ਕਿਉਂ ਤੂੰ ਆਪਣਾ ਬੁਰਾ ਕਰਨਾ ਚਾਹੁੰਦਾ
ਚਾਹੁੰਦਾ ਹੈ। ਪਾਤਸ਼ਾਹੋ ਰਿਪ ਗੁਰ ਟਿਗ ਰਾਖਾ। ਔਰੰਗਜ਼ੇਬ ਬਾਦਸ਼ਾਹ ਦਾ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਗੁਰੂ ਹੈ, ਤੂੰ ਆਪਣੇ ਪਾਸ ਰੱਖਿਆ ਹੋਇਆ ਹੈ। ਅਬ ਪੀ ਕਰਿਓ ਜਿਹ ਚਾਹੇ ਬੁਲਾਈ। ਜੇਕਰ ਹੁਣ ਵੀ ਤੂੰ ਆਪਣੀ ਭਲਾਈ ਚਾਹੁੰਦਾ ਹੈ, ਹਮਕੋ ਗੁਰੂ ਦੇਹੋ ਪਕਰਾਈ। ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਡੇ ਹਵਾਲੇ ਕਰ ਦੇ, ਸਾਨੂੰ ਪਕੜਾ ਦੇ। ਸੈਨ ਕਨੇਰੀ ਦੇਤ ਪਠਾਏ। ਜੇਕਰ ਇੱਕ ਵਾਰੀ ਤੂੰ ਹਾਂ ਕਰੇ ਤੇ ਮੈਂ ਇਥੋਂ ਸਰਹੰਦ ਤੋਂ ਬਹੁਤ ਭਾਰੀ ਫੌਜ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਤੇਰੇ ਪਾਸ ਭੇਜ ਦਿਆਂਗਾ। ਮਿਲ ਕਰ ਤਿਸਕੋ ਦੇਹੋ ਗਹਾਏ। ਅਸੀਂ ਮਿਲ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਔਰੰਗਜ਼ੇਬ ਦੇ ਪਾਸ ਗ੍ਰਿਫਤਾਰ ਕਰਵਾ ਦਿਆਂਗੇ। ਨਤ ਤੁਝ ਕੋ ਦੇ ਬੜੀ ਸਜਾਈ। ਜੇ ਤੂੰ ਮੇਰੇ ਕਹੇ ਹੋਏ ਬਚਨ ਨਾ ਮੰਨੇ, ਮੈਂ ਤੈਨੂੰ ਵੀ ਭਾਰੀ ਸਜ਼ਾ ਦਿਆਂਗਾ। ਬਸ ਬੇਦਹਿ ਨਹੀਂ ਇਸ ਥਾਈ। ਇਸ ਜਗ੍ਹਾ ਤੇ ਮਾਲਵੇ ਦੀ ਧਰਤੀ ਤੇ ਤੈਨੂੰ ਵਸਣ ਨਹੀਂ ਦਿਆਂਗਾ। ਲੂਟਹਿ ਗ੍ਰਾਮ ਉਜਾਰਨ ਕਰੈ। ਇੱਥੇ ਆ ਕਰਕੇ ਤੇਰਾ ਨਗਰ ਜਿਹੜਾ ਉਹ ਲੁੱਟ ਲਵਾਂਗਾ, ਸਾਰੇ ਗ੍ਰਾਮ ਤੇਰੇ ਉਜਾੜ ਦਿਆਂਗਾ। ਆਏ ਅਚਾਨਕ ਸਭ ਕੋ ਧਰੈ। ਅਚਾਨਕ ਆ ਕਰਕੇ ਮੈਂ ਸਾਰਿਆਂ ਨੂੰ ਫੜ ਲਵਾਂਗਾ, ਗ੍ਰਿਫਤਾਰ ਕਰ ਲਵਾਂਗਾ। ਸੁਣ ਡੱਲੇ ਉੱਤਰ ਲਿਖਵਾਇਓ। ਇਹ ਬਚਨ ਸੁਣ ਕੇ ਫਿਰ ਭਾਈ ਡੱਲੇ ਨੇ ਅੱਗੋਂ ਜਵਾਬ ਲਿਖ ਭੇਜਿਆ ਹੈ। ਹਮਨੇ ਡਰੈ ਜੇ ਚਾਹਤ ਡਰਾਇਓ। ਆਖਣ ਲੱਗੇ ਵਜ਼ੀਰ ਖਾਂ, ਜੇ ਤੂੰ ਮੈਨੂੰ ਡਰਾਣਾ ਚਾਹੁੰਦਾ ਨਾ, ਤੇਰੀਆਂ ਇਹਨਾਂ ਧਮਕੀਆਂ ਤੋਂ ਮੈਂ ਨਹੀਂ ਡਰਦਾ। ਭੇਜਹਿ ਦਲ ਤਿਸ ਕੇ ਸੰਗ ਲਰੈ। ਜੇਕਰ ਤੂੰ ਆਪਣੀਆਂ ਫੌਜਾਂ ਨੂੰ ਇੱਥੇ ਭੇਜੇਗਾ ਤੇ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ, ਉਹਨਾਂ ਨਾਲ ਜੰਗ ਕਰਾਂਗੇ। ਮਾਰ ਲੂਟ ਆਗੇ ਚੱਲ ਪਰੈ। ਅਸੀਂ ਉਹਨਾਂ ਨੂੰ ਮਾਰ ਲੁੱਟ ਕੇ ਅੱਗੇ ਚੱਲ ਪਾਵਾਂਗੇ। ਇਹਦਾ ਭਾਵ ਇਹ ਨਹੀਂ ਕਿ ਜੇ ਤੂੰ ਫੌਜਾਂ ਸਾਡੇ ਤੇ ਚਾੜ ਦੇਂਗਾ ਤੇ ਅਸੀਂ ਇੱਥੋਂ ਤੇਰੀਆਂ ਫੌਜਾਂ ਤੋਂ ਮਾਰ ਖਾ ਲਵਾਂਗੇ। ਐਸਾ ਨਹੀਂ ਹੋਏਗਾ। ਜੇ ਤੇਰੀਆਂ ਫੌਜਾਂ ਚੜ ਕੇ ਆਉਣਗੀਆਂ, ਡਟ ਕੇ ਮੁਕਾਬਲਾ ਕਰਾਂਗੇ, ਉਹਨਾਂ ਨੂੰ ਲੁੱਟ ਮਾਰ ਲਵਾਂਗੇ। ਨਿਰਜਲ ਬਨ ਮਹਿ ਬਸ ਮਹਿ ਤੋਰੋ। ਅਸੀਂ ਇੱਥੇ ਰਹਿੰਦੇ ਆ ਨਾ ਜਿਸ ਇਲਾਕੇ ਵਿੱਚ, ਇੱਥੋਂ ਦੇ ਜੰਗਲ ਨਿਰਜਲ ਨੇ, ਭਾਵ ਇੱਥੇ ਪਾਣੀ ਵੀ ਪੀਣ ਨੂੰ ਨਹੀਂ ਮਿਲਦਾ, ਤੇ ਇੱਥੇ ਤੇਰਾ ਵਸ ਨਹੀਂ ਚੱਲਣਾ। ਸਿਰ ਕੇ ਸਾਥ ਗੁਰੂ ਹੈ ਮੇਰਾ। ਤੇ ਸਭ ਤੋਂ ਵੱਡੀ ਗੱਲ ਹੈ, ਮੇਰੇ ਰਖਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ। ਮੇਰੇ ਸੀਸ ਉੱਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੱਥ ਹੈ। ਕਿਸ ਵਿਦ ਗਹਿ ਨ ਗਹਿ ਬੈਦਹਿ। ਨਾ ਤਾਂ ਕਿਸੇ ਵਿਧੀ ਨਾਲ ਮੈਂ ਤੈਨੂੰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦਿਆਂਗਾ, ਤੇ ਨਾ ਹੀ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫਤਾਰ ਕਰ ਸਕਦਾ ਹੈ। ਨਿਜ ਪ੍ਰਾਨਨ ਕੇ ਸੰਗ ਰਖੇ। ਜੇ ਸਾਨੂੰ ਲੋੜ ਪਈ ਤੇ ਮੈਦਾਨੇ ਜੰਗ ਵਿੱਚ ਅਸੀਂ ਗੁਰੂ ਸਾਹਿਬ ਦੇ ਵਾਸਤੇ ਆਪਣੇ ਪ੍ਰਾਣ ਵੀ ਤਿਆਗ ਦਿਆਂਗੇ। ਅਸੀਂ ਗੁਰੂ ਵਾਸਤੇ ਸ਼ਹਾਦਤ ਦੀ ਪ੍ਰਾਪਤੀ ਵੀ ਕਰ ਦਿਆਂਗੇ। ਸੋ ਇਸ ਪ੍ਰਕਾਰ ਅਸੀਂ ਮਹਾਰਾਜ ਦੇ ਨਾਲ ਰਹਿ ਕਰਕੇ ਪ੍ਰਾਣਾਂ ਦੀ ਆਹੂਤੀ ਦੇ ਕੇ ਉਹਨਾਂ ਦੇ ਸਾਥੀ ਬਣ ਕੇ ਰਹਾਂਗੇ। ਇਮ ਉੱਤਰ ਡੱਲੇ ਲਿਖਵਾਇਓ। ਇਸ ਤਰ੍ਹਾਂ ਭਾਈ ਡੱਲੇ ਨੇ ਵਜ਼ੀਰ ਖਾਨ ਨੂੰ ਉਹਦੀ ਚਿੱਠੀ ਦਾ ਜਵਾਬ ਲਿਖ ਭੇਜਿਆ ਹੈ। ਸਮੁਖ ਵਜੀਦੇ ਤੁਰਤ ਪਠਾਇਓ। ਵਜੀਦੇ ਦੇ ਸਨਮੁਖੇ ਚਿੱਠੀ ਭੇਜ ਦਿੱਤੀ ਹੈ। ਸਗਰੀ ਬਾਤ ਦੋਹਨ ਦਿਸ਼ ਕੇਰੀ। ਸਾਧ ਸੰਗਤ ਜੀ, ਸਾਰੀ ਗੱਲਬਾਤ ਦੋਹਾਂ ਦਿਸ਼ਾਵਾਂ ਤੋਂ, ਜਿਵੇਂ ਉਧਰੋਂ ਚਿੱਠੀ ਆਈ ਵਜ਼ੀਰ ਖਾਨ ਦੀ, ਤੇ ਜਿਸ ਤਰ੍ਹਾਂ ਭਾਈ ਡੱਲੇ ਨੇ ਜਵਾਬ ਲਿਖ ਕੇ ਭੇਜਿਆ ਹੈ। ਸਿੱਖ ਨੇ ਸੁਣੀ ਭਲੇ ਤਿਸ ਬੇਰੀ। ਸਿੱਖ ਨੇ ਭਲੀ ਪ੍ਰਕਾਰ ਸਾਰੀ ਦੋਹਾਂ ਦਿਸ਼ਾਵਾਂ ਦੀ ਗੱਲਬਾਤ ਸੁਣੀ ਹੈ। ਸੋ ਸਤਿਗੁਰ ਟਿਗ ਆਨ ਸੁਨਾਈ। ਉਸ ਗੁਰਸਿੱਖ ਨੇ ਆ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਵਿਥਿਆ ਸੁਣਾਈ ਹੈ। ਸੁਨ ਕਰ ਖੁਸ਼ੀ ਭਏ ਸੁਖਦਾਈ। ਮਹਾਰਾਜ ਕਲਗੀਧਰ ਸੁੱਖਾਂ ਦੇ ਦਾਤੇ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ ਹਨ। ਕੇਤਕ ਦਿਵਸ ਬਤੀਤੇ ਔਰ। ਇਸ ਪ੍ਰਕਾਰ ਜਦੋਂ ਕੁਝ ਕੁ ਦਿਨਾਂ ਦਾ ਹੋਰ ਸਮਾਂ ਬਤੀਤ ਹੋਇਆ ਹੈ, ਸਤਿਗੁਰ ਬਾਸੇ ਤਿਸ ਹੀ ਠੌਰ। ਸਤਿਗੁਰ ਜੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਹੀ ਬਿਰਾਜਮਾਨ ਹਨ। ਸੰਗਤ ਦੂਰ ਦੂਰ ਤੇ ਆਵੇ। ਦੂਰ ਦਰਾਡੇ ਤੋਂ ਨਿਤਾਂ ਪ੍ਰਤ ਸੰਗਤਾਂ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਆਉਂਦੀਆਂ ਹਨ। ਪ੍ਰਭ ਕੇ ਪਾਇਨ ਸੀਸ ਝੁਕਾਵੇ। ਪ੍ਰੇਮ ਨਾਲ ਆ ਕੇ ਗੁਰਸਿੱਖ ਮਹਾਰਾਜ ਦੇ ਚਰਨਾਂ ਕਮਲਾਂ ਤੇ ਆਪਣਾ ਸੀਸ ਝੁਕਾਉਂਦੇ ਹਨ। ਅਰਪੈ ਅਨਕ ਅਕੋਰਨ ਲਿਆਏ। ਅਨੇਕਾਂ ਪ੍ਰਕਾਰਾਂ ਦੀਆਂ ਭੇਟਾਵਾਂ ਲਿਆ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਅਰਪਿਤ ਕਰਦੇ ਹਨ। ਮਨਹੁ ਕਾਮਨਾ ਆਪਣੀ ਪਾਏ। ਸਾਹਿਬ ਦੇ ਚਰਨਾਂ ਵਿੱਚੋਂ ਆਪਣੀਆਂ ਮਨੋ ਕਾਮਨਾਵਾਂ ਦੀ ਪ੍ਰਾਪਤੀ ਕਰਦੇ ਨੇ। ਜਦੋਂ ਵੀ ਸਾਹਿਬ ਦੇ ਚਰਨਾਂ ਵਿੱਚ ਆਈਏ, ਭਾਉ ਪ੍ਰੇਮ ਦੇ ਨਾਲ ਆਈਏ, ਭਾਂਡਾ ਬਣਾ ਕੇ ਆਈਏ। ਜਿਹੋ ਜਿਹਾ ਭਾਂਡਾ ਹੁੰਦਾ ਨਾ,
ਓਨੀ ਕੀ ਵਸਤੂ ਵਿੱਚ ਪੈ ਜਾਂਦੀ ਹੈ। ਜਦੋਂ ਭਾਂਡਾ ਛੋਟਾ ਲੈ ਕੇ ਆਉਂਦੇ ਆ ਫਿਰ ਵਸਤੂ ਤਾਂ ਉਨੀ ਕੀ ਪੈਣੀ ਹੈ ਨਾ। ਜਦੋਂ ਭਾਂਡਾ ਵਿਸ਼ਾਲ ਹੁੰਦਾ ਸਿੱਖ ਦੇ ਹਿਰਦੇ ਦਾ, ਮਹਾਰਾਜ ਫਿਰ ਉਹਦੇ ਵਿੱਚ ਬਰਕਤਾਂ ਵਸਤੂਆਂ ਵੀ ਉਹੋ ਜਿਹੀਆਂ ਪਾ ਦਿੰਦੇ ਨੇ। ਜਦੋਂ ਕੋਈ ਸਿੱਖ ਕਾਮਨਾ ਭਾਵਨਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦਾ, ਜਿਹੋ ਜਿਹਾ ਭਾਂਡਾ ਲੈ ਕੇ ਆਉਂਦਾ ਉਹੋ ਜਿਹੀ ਦਾਤ ਮਹਾਰਾਜ ਵਿੱਚ ਪਾਈ ਜਾਂਦੇ ਨੇ। ਫਿਰ ਕਈ ਵਾਰੀ ਸਾਡੇ ਵਰਗੇ ਭਾਂਡਾ ਫਿਰ ਮੁੱਧਾ ਕਰਕੇ ਲੈ ਕੇ ਆਉਂਦੇ। ਹੁਣ ਮੁੱਧੇ ਭਾਂਡੇ ਵਿੱਚ ਥੋੜਾ ਕੁਝ ਪਿਆ ਕਰਦਾ ਆ। ਇਸੇ ਕਰਕੇ ਮਹਾਰਾਜ ਕਹਿੰਦੇ ਉਂਦਾ ਭਾਂਡਾ ਕਛ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਜਿਹੜਾ ਭਾਂਡਾ ਉਲਟਾ ਹੋਵੇ ਨਾ ਉਹਦੇ ਵਿੱਚ ਨਹੀਂ ਕਦੇ ਕੁਝ ਸਮਾਉਂਦਾ। ਅੰਮ੍ਰਿਤ ਤਾਂ ਸਿੱਧੇ ਭਾਂਡੇ ਵਿੱਚ ਹੀ ਪੈਂਦਾ ਹੈ। ਜਦੋਂ ਵੀ ਮਹਾਰਾਜ ਦੇ ਚਰਨਾਂ ਵਿੱਚ ਆਈਏ ਹਿਰਦੇ ਦਾ ਭਾਂਡਾ ਸਿੱਧਾ ਕਰਕੇ ਆਈਏ ਤਾਂ ਕਿ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖ ਚੱਲ ਕੇ ਆਉਂਦੇ, ਪ੍ਰੇਮ ਨਾਲ ਨਮਸਕਾਰਾਂ ਕਰਦੇ ਨੇ ਤੇ ਸਾਹਿਬ ਦੇ ਚਰਨਾਂ ਵਿੱਚੋਂ ਮਨ ਬਾਂਛਤ ਕਾਮਨਾਵਾਂ ਦੀ ਫਲਾਂ ਦੀ ਪ੍ਰਾਪਤੀ ਕਰਦੇ ਹਨ। ਨਿਸਮੈ ਦਸ ਸਿੰਘਨ ਕੋ ਪਹਿਰਾ। ਜਦੋਂ ਰਾਤ ਦਾ ਸਮਾਂ ਹੁੰਦਾ ਤੇ ਸਤਿਗੁਰੂ ਆਰਾਮ ਕਰਦੇ ਨੇ, ਉਸ ਵਕਤ ਕਰੀਬਨ 10 ਕੁ ਸਿੰਘਾਂ ਦਾ ਪਹਿਰਾ ਮਹਾਰਾਜ ਦੇ ਤੰਬੂ ਦੇ ਲਾਗੇ ਹੁੰਦਾ ਹੈ। ਪਲੰਗ ਨਿਕਟ ਜਾਗੈ ਨਿਤ ਠਹਿਰਾ। ਨਿਤਾਂ ਪ੍ਰਤੀ ਇਹ ਜਿਹੜੇ ਸਿੰਘ ਮਹਾਰਾਜ ਦੇ ਪਲੰਗ ਦੇ ਨੇੜੇ ਜਾਗਦੇ ਹਨ। ਇੱਕ ਦਿਨ ਖੇਡਾ ਪਾਵਨ ਕੀਨ। ਇੱਕ ਦਿਨ ਨਗਰ ਦੇ ਵਿੱਚ ਨਾ ਕੁਝ ਰਾਸ ਧਾਰੀਏ ਨਾਟਕ ਵਿਖਾਉਣ ਵਾਲੇ ਚੱਲ ਕੇ ਆਏ ਤੇ ਨਗਰ ਵਿੱਚ ਉਹਨਾਂ ਨੇ ਆ ਕੇ ਖੇਡ ਪਾਈ ਹੈ। ਗਾਵਨ ਨਾਚਨ ਨਰ ਨਾਰੀਨ। ਕੁਝ ਪੁਰਸ਼ ਤੇ ਇਸਤਰੀਆਂ ਸਨ, ਆ ਕੇ ਗਾਉਣ ਲੱਗੀਆਂ ਤੇ ਨੱਚਣ ਲੱਗੇ ਹਨ। ਸੋ ਸਿੱਖ ਆਪਸ ਮੈਂ ਇਮ ਕਹੈ। ਜਦੋਂ ਉਹਨਾਂ ਦੇ ਕੰਨੀ ਆਵਾਜ਼ ਪਈ ਨਾ, ਜਦੋਂ ਨਾਟਕ ਹੋਣ ਲੱਗਾ, ਉੱਥੇ ਤਮਾਸ਼ਾ ਹੋਣ ਲੱਗਾ ਅਖਾੜੇ ਵਿੱਚ, ਤੇ ਸਿੰਘਾਂ ਦੇ ਕੰਨੀ ਆਵਾਜ਼ ਪਈ ਤੇ ਉਹ ਦਸੇ ਦੇ ਦਸੇ ਸਿੰਘ ਆਪਸ ਵਿੱਚ ਵਿਚਾਰਾਂ ਕਰਨ ਲੱਗੇ। ਨਿੰਦਰਾ ਬਸੀ ਗੁਰੂ ਅਬ ਅਹੈ। ਸਿੰਘ ਕਹਿੰਦੇ ਇਸ ਵਕਤ ਮਹਾਰਾਜ ਜੀ ਨਾ ਹੁਣ ਆਰਾਮ ਕਰ ਰਹੇ ਨੇ, ਸੁੱਤੇ ਪਏ ਹਨ। ਚਲੋ ਬਿਲੋ ਕਹਿ ਤਤ ਛਿਨੇ ਆਵੈ। ਤੇ ਇਸ ਤਰ੍ਹਾਂ ਕਰਦੇ ਆ, ਚਲੋ ਚੱਲ ਕੇ ਨਾ ਆਪਾਂ ਨਾਟਕ ਵੇਖ ਕੇ ਆਉਨੇ ਆ ਤੇ ਛੇਤੀ ਮੁੜ ਆਵਾਂਗੇ। ਤਬ ਲੋ ਕਹਾਂ ਬਿਗੜ ਕਛ ਜਾਵੈ। ਕਹਿੰਦੇ ਇਤਨੀ ਦੇਰ ਦੇ ਵਿੱਚ ਕੀ ਵਿਗੜ ਜਾਣਾ, ਮਹਾਰਾਜ ਤਾਂ ਆਰਾਮ ਕਰ ਰਹੇ ਨੇ ਤੇ ਉਹਨਾਂ ਦੇ ਜਾਗਣ ਤੋਂ ਪਹਿਲਾਂ ਹੀ ਆਪਾਂ ਵਾਪਸ ਆ ਜਾਵਾਂਗੇ। ਸਤਿਗੁਰ ਜਾਗਣ ਤੇ ਪਹਿਲਾਈ। ਮਹਾਰਾਜ ਕਲਗੀਧਰ ਜੀ ਦੇ ਜਾਗਣ ਤੋਂ ਪਹਿਲੋਂ ਆਏ ਫਿਰਾਂਗੇ ਇਸ ਹੀ ਥਾਈ। ਅਸੀਂ ਵਾਪਸ ਆ ਕੇ ਇਸੇ ਥਾਂ ਦੇ ਉੱਪਰ ਫਿਰ ਖਲੋ ਜਾਵਾਂਗੇ। ਇਮ ਕਹਿ ਕਰ ਸਿੱਖ ਪੰਚ ਪਧਾਰੇ। ਇਸ ਤਰ੍ਹਾਂ ਆਪਸ ਵਿੱਚ ਵਿਚਾਰ ਕਰਕੇ ਨਾ ਉਹਨਾਂ ਵਿੱਚੋਂ 5 ਸਿੰਘ ਚਲੇ ਗਏ। ਪੰਜਾਂ ਦਾ ਮਾਨਣਾ ਕੀਤਾ ਤੇ 5 ਸਿੰਘ ਕਹਿਣ ਲੱਗੇ ਵੀ ਨਹੀਂ, ਚੱਲ ਕੇ ਇੱਕ ਵਾਰੀ ਵੇਖ ਹੀ ਆਉਨੇ ਆ। ਵੀ ਮਨ ਵਿੱਚ ਹੁਣ ਜੇ ਭਾਵਨਾ ਬਣੀ ਹੈ ਤੇ ਗੁਰੂ ਸਾਹਿਬ ਆਰਾਮ ਹੀ ਕਰਦੇ ਨੇ, ਜਾਗਣ ਤੋਂ ਪਹਿਲਾਂ ਵਾਪਸ ਆ ਜਾਵਾਂਗੇ। ਉਹਨਾਂ 10 ਵਿੱਚੋਂ 5 ਸਿੰਘ ਜਿਹੜੇ ਸਨ ਤੇ ਇਸ ਤਰ੍ਹਾਂ ਉਹ ਖੇਡ ਵੇਖਣ ਚਲੇ ਗਏ ਹਨ। ਪੰਚ ਨਾ ਗਏ ਥਰੇ ਡਰ ਤਾਰੇ। ਤੇ ਜਿਹੜੇ 5 ਸਿੰਘ ਸਨ ਉਹ ਮਨ ਵਿੱਚ ਮਹਾਰਾਜ ਦਾ ਭੈ ਧਾਰਨ ਕਰਕੇ ਉੱਥੇ ਹੀ ਖਲੋ ਗਏ ਹਨ। ਖੇਡਾ ਕਰਿਓ ਬਿਲੋਕਨ ਜਬੈ। ਉਹਨਾਂ 5 ਸਿੰਘਾਂ ਨੇ ਜਾ ਕਰਕੇ ਉਹ ਨਾਟਕ ਉਹ ਖੇਡ ਵੇਖੀ ਹੈ। ਡਰਤ ਪਰਸ ਪਰ ਬੋਲੇ ਤਬੈ। ਪਰ ਉਹ ਡਰਦੇ ਵੀ ਪਏ ਸਨ, ਉਹਨਾਂ ਦੇ ਮਨ ਅੰਦਰ ਮਹਾਰਾਜ ਜੀ ਦਾ ਭੈ ਵੀ ਬੜਾ ਸੀ ਤੇ ਆਪਸ ਵਿੱਚ ਵਿਚਾਰਾਂ ਕਰਨ ਲੱਗੇ। ਇਹਟਾਂ ਆਏ ਲਿਓ ਕੋਹ ਕਹਾਂ। ਕਹਿੰਦੇ ਵੀ ਇੱਥੇ ਆ ਕੇ ਅਸੀਂ ਲਿਆ ਵੀ ਕੀ ਹੈ, ਕੀ ਪ੍ਰਾਪਤ ਹੋਇਆ। ਵੈਸੇ ਤਾਂ ਜਿਹੜੇ ਨਾਟਕ ਚੇਟਕ ਹੁੰਦੇ ਨੇ ਨਾ, ਮਿਲਦਾ ਇਹਨਾਂ ਵਿੱਚੋਂ ਕੁਝ ਨਹੀਂ। ਭਾਵੇਂ ਸਤ ਸੰਗਤ ਕਰਨੀ ਕਠਨ ਸਾਨੂੰ ਬੜੀ ਲੱਗਦੀ ਹੈ, ਜਿੱਥੋਂ ਗੁਣੀ ਗੁਣ ਪ੍ਰਾਪਤ ਹੁੰਦੇ ਨੇ। ਤੇ ਜਿਹੜੇ ਆ ਦੁਨਿਆਵੀ ਨਾਟਕ ਚੇਟਕ ਨੇ, ਇਹਨਾਂ ਵਿੱਚੋਂ ਕੁਝ ਪ੍ਰਾਪਤ ਨਹੀਂ ਹੁੰਦਾ, ਬਲਕਿ ਸਾਡਾ ਮਾਨਸਿਕ ਮੰਡਲ ਖਿੰਡ ਜਾਂਦਾ ਇਹਨਾਂ ਨਾਟਕਾਂ ਚੇਟਕਾਂ ਨੂੰ ਵੇਖ ਕੇ। ਸਤ ਸੰਗਤ ਵਿੱਚ ਆ ਕੇ ਮਨ ਦੀ ਪਵਿੱਤਰਤਾ ਤੇ ਮਨ ਦੀ ਇਕਾਗਰਤਾ ਬਣਦੀ ਹੈ ਤੇ ਦੁਨਿਆਵੀ ਨਾਟਕ ਚੇਟ ਕੇ ਮਨ ਨੂੰ ਖਿੰਡਾ ਦਿੰਦੇ ਨੇ। ਤੇ ਸਿੰਘ ਕਹਿੰਦੇ ਵੀ ਇੱਥੇ ਆ ਕੇ ਅਸੀਂ ਪ੍ਰਾਪਤ ਵੀ ਕੀ ਕੀਤਾ, ਸਾਨੂੰ ਮਿਲਿਆ ਵੀ ਕੀ ਹੈ। ਸ੍ਰੀ ਪ੍ਰਭ ਕੋਪ ਕਰੇਂਗੇ ਤਹਾਂ। ਕਿਤੇ ਇਹ ਨਾ ਹੋਵੇ ਸਤਿਗੁਰੂ ਜੀ ਜਾਗ ਪੈਣ ਪਿੱਛੋਂ ਤੇ ਸਾਡੇ ਤੇ ਮਹਾਰਾਜ ਗੁੱਸੇ ਹੋਵਣਗੇ। ਕਹਿਓ ਨਾ ਹਕ ਅਪਰਾਧੀ ਥੀਜੈ। ਕਹਿੰਦੇ ਹਨ ਵੀ ਇਸ ਤਰ੍ਹਾਂ ਭਾਈ ਇਹ ਜਿਹੜਾ ਬਹੁਤ ਵੱਡਾ ਪਾਪ ਹੈ, ਅਸੀਂ ਇੱਥੇ ਮਹਾਰਾਜ ਤੋਂ
ਬਿਨਾਂ ਉਹਨਾਂ ਦੀ ਆਗਿਆ, ਉਹਨਾਂ ਦਾ ਹੁਕਮ ਲਿਆ ਇੱਥੇ ਆ ਕੇ ਅਸੀਂ ਅਪਰਾਧ ਕੀਤਾ ਹੈ। ਅਬ ਪੀ ਚਲੋ ਨ ਬਿਲਮ ਲਗੀਜੈ। ਅਸੀਂ ਮਹਾਰਾਜ ਦੇ ਚਰਨਾਂ ਵਿੱਚ ਕਿਉਂ ਅਪਰਾਧੀ ਬਣੀਏ? ਹੁਣੇ ਵਾਪਸ ਚੱਲੋ, ਦੇਰੀ ਨਾ ਲਾਵੋ। ਇਮ ਬੋਲਤ ਤੂਰਨ ਹਟਿਆਏ। ਇਸ ਤਰ੍ਹਾਂ ਆਪਸ ਵਿੱਚ ਬਚਨ ਵਿਚਾਰ ਕਰਦੇ ਉਹ ਸਿੱਖ ਵਾਪਸ ਆ ਗਏ ਹਨ। ਤਰਾਸਤ ਖਰੇ ਪਏ ਨਿਜਕ ਥਾਏ। ਹਿਰਦਾ ਉਹਨਾਂ ਦਾ ਡਰ ਰਿਹਾ ਸੀ ਤੇ ਡਰਦੇ ਹੋਏ ਹਿਰਦੇ ਨਾਲ ਉੱਥੇ ਹੀ ਆ ਕੇ ਪਹਿਰੇ ਤੇ ਖਲੋ ਗਏ ਹਨ। ਗੁਰ ਸੋਵਤ ਪੀ ਜਾਗਤ ਸਦਾ। ਸਿੱਖਾਂ ਦੇ ਮਨ ਵਿੱਚ ਖਿਆਲ ਆਇਆ ਵੀ ਮਹਾਰਾਜ ਜੇ ਸੁੱਤੇ ਹੁੰਦੇ ਨੇ ਨਾ, ਇਹਦਾ ਭਾਵ ਇਹ ਨਹੀਂ ਕਿ ਸੁੱਤੇ ਨੇ, ਉਹ ਜਾਗਦੇ ਹੀ ਹੁੰਦੇ ਨੇ, ਕਿਉਂਕਿ ਸਤਿਗੁਰ ਜਾਗਤਾ ਹੈ ਦੇਓ। ਮਹਾਰਾਜ ਤਾਂ ਸਦੀਵ ਜਾਗਦੇ ਨੇ, ਸਰੀਰ ਹੀ ਸੁੱਤਾ ਹੈ ਨਾ। ਆਤਮਾ ਥੋੜਾ ਸੌਂਦੀ, ਗੁਰੂ ਥੋੜਾ ਸੌਂਦਾ, ਸ਼ਬਦ ਥੋੜਾ ਸੌਂਦਾ ਹੈ, ਉਹ ਤਾਂ ਸਦਾ ਹੀ ਜਾਗਦਾ ਹੈ। ਸਤਿਗੁਰੂ ਭਾਵੇਂ ਸਾਨੂੰ ਜਾਪ ਰਿਹਾ ਕਿ ਗੁਰੂ ਸਾਹਿਬ ਸੁੱਤੇ ਆਰਾਮ ਕਰ ਰਹੇ ਨੇ, ਪਰ ਮਹਾਰਾਜ ਸੁੱਤੇ ਹੋਇਆਂ ਵੀ ਸਦਾ ਜਾਗਦੇ ਹਨ। ਜਿਨ ਤੇ ਛਿਪ ਹੈ ਬਾਤ ਨਾ ਕਦਾ। ਤੇ ਸਤਿਗੁਰਾਂ ਤੋਂ ਕਦੇ ਕੋਈ ਗੱਲ ਨਹੀਂ ਲੁਕਿਆ ਕਰਦੀ। ਪਰਦਾ ਸੰਸਾਰ ਤੋਂ ਪਾਇਆ ਜਾ ਸਕਦਾ, ਨਿਰੰਕਾਰ ਤੋਂ ਪਰਦਾ ਕਦੇ ਨਹੀਂ ਪਾਇਆ ਜਾ ਸਕਦਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਉਹ ਤਾਂ ਅੰਤਰਜਾਮੀ ਨੇ। ਮੇਰਾ ਪ੍ਰਭ ਅੰਤਰਜਾਮੀ ਜਾਣ। ਮੇਰੇ ਪ੍ਰਭੂ ਜੀ ਅੰਤਰਜਾਮੀ, ਹਿਰਦੇ ਦੀ ਜਾਣਨ ਵਾਲੇ, ਉਹਨਾਂ ਤੋਂ ਕਦੇ ਕੁਝ ਛਪਿਆ ਲੁਕਿਆ ਨਹੀਂ ਹੈ। ਗਏ ਹੁਤੇ ਸੋ ਡਰ ਤਰ ਥਿਰੇ। ਕਹਿੰਦੇ ਜਿਹੜੇ ਸਿੰਘ ਖੇਡ ਵੇਖਣ ਗਏ ਸਨ ਉਹ ਥਰ ਥਰ ਕੰਬਦੇ ਹਨ, ਉਹਨਾਂ ਦਾ ਮਨ ਭੈ ਦੇ ਨਾਲ ਕੰਬਦਾ ਹੈ। ਜੇ ਨਹਿ ਗਏ ਅਫਸੋਸ ਸੋ ਧਰੇ। ਤੇ ਜਿਹੜੇ ਸਿੰਘ ਉਹ ਖੇਡ ਵੇਖਣ ਨਹੀਂ ਗਏ, ਉਹਨਾਂ ਦਾ ਮਨ ਅਫਸੋਸ ਕਰੀ ਜਾ ਰਿਹਾ ਸੀ ਵੀ ਅਸੀਂ ਵੀ ਜਾ ਕੇ ਖੇਡ ਵੇਖ ਆਉਂਦੇ। ਇਹ ਪਿਖ ਆਏ ਗਏ ਜਿਮ ਅਬੈ। ਉਹ ਸੋਚਣ ਲੱਗੇ ਵੀ ਇਹ ਸਿੰਘ ਖੇਡ ਵੇਖ ਕੇ ਛੇਤੀ ਵਾਪਸ ਆ ਗਏ ਹਨ। ਹਮ ਵੀ ਜਾਤ ਬੇਲੋਕਤ ਤਬੈ। ਤੇ ਇਹਨਾਂ ਵਾਂਗੂ ਅਸੀਂ ਵੀ ਜਾ ਆਉਂਦੇ ਤੇ ਅਸੀਂ ਵੀ ਜਾ ਕੇ ਨਾਟਕ ਵੇਖ ਆਉਂਦੇ। ਥਿਰੇ ਰਹਿਓ ਕਹਿਓ ਤੁਮ ਨਾ ਪਾਇਓ। ਅਸੀਂ ਇੱਥੇ ਹੀ ਖਲੋਤੇ ਰਹੇ ਆ ਤੇ ਸਾਨੂੰ ਨਾਟਕ ਵੇਖਣਾ ਪ੍ਰਾਪਤ ਨਹੀਂ ਹੋਇਆ। ਦਿਖੇ ਤਮਾਸ਼ਾ ਬਾਦ ਗਵਾਇਓ। ਅਸੀਂ ਵੀ ਜਾ ਕੇ ਤਮਾਸ਼ਾ ਵੇਖ ਆਉਂਦੇ। ਅਸੀਂ ਐਵੇਂ ਹੀ ਆਪਣਾ ਸਮਾਂ ਇੱਥੇ ਵਿਅਰਥ ਗਵਾ ਦਿੱਤਾ ਹੈ। ਗੁਰ ਤੋਂ ਸੁਪਤ ਰਹੇ ਅਤ ਥਾਈ। ਹੁਣ ਉਹ ਸਿੰਘ ਕਹਿੰਦੇ ਵੀ ਸਤਿਗੁਰ ਜੀ ਤਾਂ ਇੱਥੇ ਸੁੱਤੇ ਹੀ ਪਏ ਨੇ। ਵੀ ਦੂਸਰੇ ਸਿੰਘ ਵੀ ਗਏ, ਵੀ ਨਾਟਕ ਵੇਖ ਕੇ ਵਾਪਸ ਵੀ ਆ ਗਏ। ਮਹਾਰਾਜ ਕਿਹੜਾ ਉੱਠ ਪਏ ਨੇ, ਅਸੀਂ ਵੀ ਜਾ ਕੇ ਨਾਟਕ ਵੇਖ ਆਉਂਦੇ। ਇਸ ਤਰ੍ਹਾਂ ਉਹ ਸਾਰੇ ਸਿੰਘ ਅਫਸੋਸ ਕਰਦੇ ਹਨ। ਇਮ ਪੰਚੋ ਨਿਸਚੂਰ ਬਤਾਈ। ਇਸ ਤਰ੍ਹਾਂ ਉਹਨਾਂ ਪੰਜ ਸਿੰਘਾਂ ਨੇ ਝੂਰਦਿਆਂ ਰਾਤ ਬਤੀਤ ਕੀਤੀ। ਪੰਜ ਸਿੰਘ ਡਰਦਿਆਂ ਰਾਤ ਬਤੀਤ ਕਰ ਰਹੇ ਨੇ ਤੇ ਪੰਜ ਸਿੰਘਾਂ ਨੇ ਝੂਰਦਿਆਂ ਰਾਤ ਬਤੀਤ ਕੀਤੀ ਹੈ। ਪਈ ਪਰਾਤ ਨਿਜ ਡੇਰੇ ਗਏ। ਸਵੇਰ ਦਾ ਸਮਾਂ ਹੋਇਆ ਜੀ, ਉਹ ਸਿੰਘ ਉੱਠ ਆਪਣੇ ਡੇਰਿਆਂ ਵਿੱਚ ਚਲੇ ਗਏ ਹਨ। ਸੋਚ ਸਨਾਨ ਗੁਰੂ ਤਨ ਕਏ। ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੋਚ ਇਸ਼ਨਾਨ ਕੀਤਾ, ਸਰੀਰਕ ਕਿਰਿਆ ਸੋਧੀ ਹੈ। ਲਗੇ ਦੀਵਾਨ ਸੋ ਸਕਲ ਬੁਲਾਏ। ਸ਼ਹਿਨਸ਼ਾਹ ਪਾਤਸ਼ਾਹ ਦਾ ਪਾਵਨ ਪਵਿੱਤਰ ਦੀਵਾਨ ਸਜਿਆ ਤੇ ਸਤਿਗੁਰਾਂ ਨੇ ਸਾਰੇ ਸਿੰਘਾਂ ਨੂੰ ਦਰਬਾਰ ਵਿੱਚ ਸੱਦ ਲਿਆ ਹੈ। ਬੂਝੇ ਨਿਸਮੈ ਕਹਾਂ ਸਿਧਾਏ। ਸਤਿਗੁਰ ਜੀ ਪੁੱਛਣ ਲੱਗੇ, ਸਿੰਘੋ ਰਾਤ ਕਿੱਥੇ ਗਏ ਸੀ ਤੁਸੀਂ? ਪਹਿਰੇ ਤੇ ਤੁਸੀਂ ਹਾਜ਼ਰ ਨਹੀਂ ਸੀ। ਕਿਮ ਕਿਮ ਆਪਸ ਮੈਂ ਤੁਮ ਭਾਖੀ। ਤੇ ਤੁਸੀਂ ਸਾਰੇ ਜਾਣਿਆਂ ਨੇ ਆਪਸ ਵਿੱਚ ਕਿਸ ਤਰ੍ਹਾਂ ਚਰਚਾ ਕੀਤੀ, ਇੱਕ ਦੂਜੇ ਨਾਲ ਕਿਹੜੀਆਂ ਗੱਲਾਂ ਕੀਤੀਆਂ ਹਨ? ਕਹੋ ਸਾਚ ਹਮ ਸਭ ਕੇ ਸਾਖੀ। ਤੁਸੀਂ ਸਾਰੇ ਜਾਣੇ ਸਾਰੀਆਂ ਸੰਗਤਾਂ ਦੇ ਸਾਹਮਣੇ, ਸਾਡੇ ਸਾਹਮਣੇ ਸੱਚ ਬੋਲਿਓ। ਸੱਚ ਦੱਸਿਓ ਵੀ ਰਾਤ ਆਪਸ ਵਿੱਚ ਕੀ ਗੱਲਾਂ ਕਰਦੇ ਸੋ। ਦੋਹਾਂ ਧਿਰਾਂ ਤਬ ਸਾਚ ਬਖਾਨੀ। ਹੁਣ ਦੋਹਾਂ ਧਿਰਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਫਿਰ ਸੱਚ ਬੇਨਤੀ ਕੀਤੀ ਹੈ। ਜਿਮ ਬੀਤੀ ਜਿਮ ਪਾਖੀ ਬਾਨੀ। ਜਿਸ ਤਰ੍ਹਾਂ ਰਾਤ ਉਹਨਾਂ ਨਾਲ ਬਤੀਤ ਹੋਈ ਤੇ ਜਿਸ ਤਰ੍ਹਾਂ ਉਹਨਾਂ ਨੇ ਆਪਸ ਵਿੱਚ ਬਚਨ ਵਿਚਾਰ ਕੀਤੇ ਹਨ। ਸ੍ਰੀ ਗੁਰੂ ਸੁਨ ਕਰ ਸਪਿਨ ਸੁਨਾਏ। ਉਹਨਾਂ ਸਿੰਘਾਂ ਨੇ ਸਾਰੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਕੋਲੋਂ ਸੁਣ ਕੇ ਤੇ ਸਾਰੀ ਸੰਗਤ ਨੂੰ ਇਹ ਬਚਨ ਸੁਣਾਉਂਦੇ ਹਨ। ਨਿਕਟੇ ਦੂਰ ਦੂਰ ਨਿਕਟਾਏ। ਮਹਾਰਾਜ ਕਹਿੰਦੇ ਨਿਕਟੇ ਦੂਰ ਦੂਰ ਨਿਕਟਾਏ। ਜਿਹੜੇ ਤਾਂ ਨਿਕਟ ਭਾਵ ਨੇੜੇ ਸਨ ਉਹ ਦੂਰ ਸਨ, ਤੇ ਦੂਰ ਨਿਕਟਾਏ ਜਿਹੜੇ ਦੂਰ ਸਨ ਉਹ ਸਾਡੇ ਨੇੜੇ ਸਨ। ਜਿਵੇਂ ਬਚਨ ਆਉਂਦਾ ਜੀ, ਕਹਿੰਦੇ ਜੀ ਹਾਜ਼ਰ ਗੈਰ ਹਾਜ਼ਰ,
ਗੈਰ ਹਾਜ਼ਰ ਹਾਜ਼ਰ। ਜਿਹੜੇ ਗੈਰ ਹਾਜ਼ਰ ਸਨ ਉਹ ਤਾਂ ਹਾਜ਼ਰ ਸਨ, ਪਰ ਜਿਹੜੇ ਹਾਜ਼ਰ ਸਨ ਉਹ ਗੈਰ ਹਾਜ਼ਰ ਸਨ। ਗਏ ਜੋ ਤਿਨ ਕੋ ਮਨ ਹਮ ਪਾਹੀ। ਜਿਹੜੇ ਤਾਂ ਇੱਕ ਨਾਟਕ ਵੇਖਣ ਵਾਸਤੇ ਗਏ ਸਨ, ਉਹਨਾਂ ਦਾ ਮਨ ਜਿਹੜਾ ਸਾਡੇ ਪਾਸ ਸੀ। ਗਏ ਨਾ ਤਿਨ ਮਨ ਖੇਡੇ ਮਾਹੀ। ਤੇ ਜਿਹੜੇ ਨਹੀਂ ਸੀ ਗਏ, ਸਾਡੇ ਕੋਲ ਪਹਿਰਾ ਦੇ ਰਹੇ ਸਨ, ਉਹਨਾਂ ਦਾ ਮਨ ਜਿਹੜਾ ਸੀ ਉਸੇ ਖੇਡ ਦੇ ਵਿੱਚ ਸੀਗਾ ਵੀ ਅਸੀਂ ਵੀ ਜਾ ਕੇ ਵੇਖ ਆਉਂਦੇ ਕੌਤਕ ਉੱਥੇ। ਮਹਾਰਾਜ ਕਹਿੰਦੇ ਸਾਰੀ ਕਲਾ ਸਾਰੀ ਖੇਡ ਹੀ ਮਨ ਦੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਹੈ। ਇਹ ਤਾਂ ਬਖਸ਼ਿਸ਼ ਦੀ ਗੱਲ ਹੈ, ਆਪਣੇ ਆਪਣੇ ਕਰਮਾਂ ਦੀ ਗੱਲ ਹੈ। ਕੋਈ ਸਰੀਰ ਕਰਕੇ ਗੁਰੂ ਦੇ ਨੇੜੇ ਹੋ ਕੇ ਵੀ ਗੁਰੂ ਤੋਂ ਦੂਰ ਹੁੰਦਾ ਹੈ, ਤੇ ਕੋਈ ਸਰੀਰ ਕਰਕੇ ਦੂਰ ਹੋ ਕੇ ਮਨ ਕਰਕੇ ਗੁਰੂ ਦੇ ਨੇੜੇ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇਖੋ, ਜਿਹੜਾ ਸੰਕਲਪ ਪਹਿਲੇ ਜਾਮੇ ਤੋਂ ਚੱਲ ਰਹੇ ਹੈ ਜੀ, ਉਹ 10ਵੇਂ ਜਾਮੇ ਤੱਕ ਉਸੇ ਹੀ ਰੂਪ ਦੇ ਵਿੱਚ ਆਇਆ ਹੈ। ਕਦੇ ਗਹਿਰਾਈ ਨਾਲ ਅਸੀਂ ਜੇ ਇਸ ਪ੍ਰਸੰਗ ਨੂੰ ਵਾਚੀਏ ਵਿਚਾਰੀਏ ਜੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੇ ਨਮਾਜ਼ ਪੜ੍ਹਨ ਵਾਸਤੇ ਜਾਂਦੇ ਜੀ ਦੌਲਤ ਖਾਂ ਦੇ ਨਾਲ, ਤੇ ਇਹੀ ਬਚਨ ਮਹਾਰਾਜ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਨਮਾਜ਼ ਤਾਂ ਪੜ੍ਹ ਰਹੇ ਹੋ, ਵੀ ਸਰੀਰ ਕਰਕੇ ਤੁਸੀਂ ਨਮਾਜ਼ੀ ਹੋ, ਮੈਂ ਕੋਈ ਸ਼ੱਕ ਨਹੀਂ ਕਰਦਾ ਤੁਹਾਡੇ ਤੇ, ਸਰੀਰ ਕਰਕੇ ਤੁਸੀਂ ਨਮਾਜ਼ੀ ਹੋ। ਕਾਜੀ ਨੂੰ ਵੀ ਕਹਿੰਦੇ ਵੀ ਤੂੰ ਵੀ ਨਮਾਜ਼ੀ ਹੈ, ਪਰ ਅਸਲ ਵਿੱਚ ਮਨ ਤੁਹਾਡਾ ਨਮਾਜ਼ੀ ਨਹੀਂ। ਸਰੀਰ ਨਮਾਜ਼ ਪੜ੍ਹ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਸ਼ੰਕਾ ਨਹੀਂ, ਕੋਈ ਸ਼ੱਕ ਨਹੀਂ, ਪਰ ਮਨ ਨਮਾਜ਼ੀ ਨਹੀਂ। ਨਮਾਜ਼ ਪੜ੍ਹਨੀ ਇਹ ਤਾਂ ਸੂਖਸ਼ਮ ਵਿਸ਼ਾ ਹੈ। ਨਮਾਜ਼ ਪੜ੍ਹਨੀ, ਬਾਣੀ ਪੜ੍ਹਨੀ, ਕੋਈ ਪੂਜਾ ਆਪਣੀ ਕਰਦਾ, ਹਰ ਇੱਕ ਧਰਮ ਦੇ ਕਰਮ ਮੁਤਾਬਕ ਇਹ ਸਾਰੇ ਕਰਮ ਜਿਹੜੇ ਨੇ, ਮਨ ਸੂਖਸ਼ਮ ਹੈ, ਸੂਖਸ਼ਮ ਮਨ ਦਾ ਵਿਸ਼ਾ ਹੈ। ਤਨ ਤਾਂ ਹਾਜ਼ਰ ਨੇ ਪਰ ਮਨ ਹਾਜ਼ਰ ਨਹੀਂ। ਸਤ ਸੰਗਤ ਵਿੱਚ ਬੈਠੇ ਹਾਂ, ਸਰੀਰ ਹਾਜ਼ਰ ਹੈ, ਪਰ ਕਈ ਵਾਰੀ ਮਨ ਹਾਜ਼ਰੀ ਨਹੀਂ ਲਵਾਉਂਦਾ। ਮਨ ਸਾਡਾ ਕਿਤੇ ਬਾਹਰ ਹੀ ਭਟਕਦਾ ਹੁੰਦਾ। ਨਿਤਨੇਮ ਵੀ ਕਰਦੇ ਹਾਂ, ਕਈ ਵਾਰੀ ਸਾਡੇ ਮਨ ਦੀ ਦਸ਼ਾ ਕੁਝ ਐਸੀ ਬਣ ਜਾਂਦੀ ਹੈ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਵੀ ਮਨ ਦੀ ਦਸ਼ਾ ਕਈ ਵਾਰੀ ਐਸੀ ਹੁੰਦੀ, ਮਨ ਸਾਡਾ ਕਿਤੇ ਹੋਰ ਹੀ ਭਰਮਦਾ ਹੁੰਦਾ ਹੈ। ਤਨ ਹਾਜ਼ਰੀ ਲਾ ਰਿਹਾ ਪਰ ਮਨ ਹਾਜ਼ਰੀ ਨਹੀਂ ਲਾ ਰਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਸਿਧਾਂਤ ਦੌਲਤ ਖਾਂ ਨੂੰ ਦਿੱਤਾ ਹੈ ਨਾ, ਵੀ ਤੁਸੀਂ ਸਰੀਰ ਕਰਕੇ ਨਮਾਜ਼ੀ ਹੋ, ਤੁਹਾਡੇ ਸਰੀਰ ਤਾਂ ਨਮਾਜ਼ ਪੜ੍ਹ ਰਹੇ ਸੀ, ਪਰ ਤੁਹਾਡਾ ਮਨ ਨਮਾਜ਼ੀ ਨਹੀਂ ਸੀਗਾ। ਤੇ ਜਿਨ੍ਹਾਂ ਦਾ ਮਨ ਨਮਾਜ਼ੀ ਨਾ ਹੋਵੇ, ਉਹਨਾਂ ਦੇ ਨਾਲ ਨਮਾਜ਼ ਮੈਂ ਨਹੀਂ ਪੜ੍ਹ ਸਕਦਾ, ਉਹਨਾਂ ਨਾਲ ਨਮਾਜ਼ ਮੈਂ ਨਹੀਂ ਪੜ੍ਹ ਸਕਦਾ। ਇਹੀ ਸੰਕਲਪ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਦੀ ਝੋਲੀ 'ਚ ਪਾਇਆ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਹੀ ਉਹ ਸੰਕਲਪ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੁਆਰਾ ਸਾਡੀ ਝੋਲੀ ਵਿੱਚ ਮਹਾਰਾਜ ਪਾ ਰਹੇ ਨੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਗੁਰਬਾਣੀ ਕਹਿੰਦੀ ਇੱਕ ਮਨ ਇੱਕ ਚਿੱਤ ਹੋ ਕੇ ਪ੍ਰੇਮ ਦੇ ਨਾਲ ਵਾਹਿਗੁਰੂ ਨੂੰ ਧਿਆ। ਜਦੋਂ ਪ੍ਰਭੂ ਦੀ ਉਸਤਤੀ ਕਰੇ, ਮਾਲਕ ਦੇ ਗੁਣ ਗਾਵੇ, ਸਰੀਰ ਸਾਵਧਾਨ ਹੋਵੇ, ਮਨ ਵੀ ਸਾਵਧਾਨ ਹੋਵੇ। ਜੇ ਮਨ ਸਾਵਧਾਨ ਨਹੀਂ ਹੋਵੇਗਾ ਤੇ ਦੂਜੇ ਦੀ ਕਹੀ ਹੋਈ ਗੱਲ ਅਸੀਂ ਕਿਵੇਂ ਸਮਝਾਂਗੇ ਜੀ, ਜੇ ਮਨ ਸਾਵਧਾਨ ਨਾ ਹੋਵੇ। ਚਾਰ ਜਣੇ ਖਲੋਤੇ ਹੋਏ ਆਪਸ ਵਿੱਚ ਬਚਨ ਵਿਲਾਸ ਕਰਦੇ ਹੋਵਣ ਨਾ, ਤੇ ਇੱਕ ਕਹਿੰਦਾ ਜੀ ਦੁਬਾਰਾ ਦੱਸਿਓ, ਮੇਰਾ ਮਨ ਇੱਥੇ ਨਹੀਂ ਸੀ, ਧਿਆਨ ਕਿਤੇ ਹੋਰ ਚਲਾ ਗਿਆ। ਕਿਉਂ? ਜਦੋਂ ਮਨ ਸੁਚੇਤ ਨਾ ਹੋਵੇ ਫਿਰ ਕਹੀ ਹੋਈ ਗੱਲ ਪਕੜ ਦੇ ਵਿੱਚ ਨਹੀਂ ਆਉਂਦੀ। ਮਨ ਦਾ ਸਾਵਧਾਨ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਭੂ ਦੀ ਜਦੋਂ ਉਸਤਤੀ ਕਰੋ ਸਾਵਧਾਨ ਇਕਾਗਰ ਚੀਤ, ਚਿੱਤ ਇਕਾਗਰ ਕਰਕੇ ਫਿਰ ਮਾਲਕ ਦੀ ਵਡਿਆਈ ਕਰਿਆ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ, ਸਿੰਘੋ ਜਿਹੜੇ ਤਾਂ ਰਾਤ ਨਾਟਕ ਵੇਖਣ ਗਏ ਸੋ, ਉਹਨਾਂ ਦਾ ਮਨ ਸਾਡੇ ਕੋਲ ਸੀ, ਤਨ ਭਾਵੇਂ ਉਹਨਾਂ ਦਾ ਤਮਾਸ਼ੇ ਵਿੱਚ ਸੀਗਾ, ਪਰ ਜਿਹੜੇ ਇੱਥੇ ਪਹਿਰਾ ਦਿੰਦੇ ਪਏ ਸਨ, ਉਹਨਾਂ ਦਾ ਮਨ ਜਿਹੜਾ ਨਾਟਕ ਵਿੱਚ ਸੀ, ਉਹ ਤਨ ਕਰਕੇ ਸਾਡੇ ਕੋਲ ਸਨ। ਇਸ ਕਰਕੇ ਨਿਕਟੇ ਦੂਰ, ਦੂਰ ਨਿਕਟਾਏ। ਜਿਹੜੇ ਨੇੜੇ ਸਾਨੂੰ ਦੂਰ ਸਨ, ਜਿਹੜੇ ਦੂਰ ਸਾਨੂੰ ਸਾਡੇ ਨੇੜੇ ਸਨ। ਸੁਨ ਸਭ ਸਾਚ ਸਾਚ ਕਹਿ ਮਾਨੀ। ਇਹ ਬਚਨ ਸੁਣ ਕੇ ਸਾਰਿਆਂ ਨੇ ਆਖਿਆ ਮਹਾਰਾਜ ਸਤ ਹੈ, ਸਤ ਹੈ, ਜੋ ਆਪ ਜੀ ਕਹਿ ਰਹੇ ਹੋ ਇਹ ਸਤ ਹੈ। ਧੰਨ ਧੰਨ ਸਤਿਗੁਰ ਖਾਨੀ। ਇਹ ਸਤਿਗੁਰੂ ਆਪ ਜੀ ਧੰਨ ਹੋ, ਧੰਨ ਹੋ। ਸਭ ਆਖੋ ਧੰਨ 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 ਗੁਰ ਸੋਈ, ਜਿਨੀ ਤੁਧਨੋਂ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਧੰਨ ਧੰਨ ਆਖਿਆ, ਉਹਨਾਂ ਦੇ ਨੇੜੇ ਕਦੇ ਜਮ ਨਹੀਂ ਆਂਦਾ। ਇਸ ਕਰਕੇ ਸਾਰੀਆਂ ਸੰਗਤਾਂ ਕਹਿੰਦੀਆਂ ਮਹਾਰਾਜ ਜੀਓ
ਹੇ ਗੁਣਾਂ ਦੀ ਖਾਨ ਸਤਿਗੁਰੂ ਆਪ ਜੀ ਧੰਨ ਹੋ ਧੰਨ ਹੋ। ਦੋਹਰਾ ਸੋ ਬਰਖਾ ਕਰ ਕਨ ਗਏ, ਖੇਤੀ ਲਏ ਪਕਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਹੜੀ ਬਰਖਾ ਪਹਿਲਾਂ ਪਈ ਸੀ ਨਾ, ਜਦੋਂ ਭਾਈ ਡੱਲੇ ਨੇ 7 ਜੁੱਤੀਆਂ ਇੰਦਰ ਦੇ ਮਾਰੀਆਂ ਤੇ ਮੀਂਹ ਪੈ ਗਿਆ, ਉਹਦੇ ਕਰਕੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਕਹਿੰਦੇ ਫਸਲ ਉਗਾ ਕੇ ਤੇ ਆਪਣੀ ਫਸਲ ਪਕਾ ਲਈ ਹੈ। ਕੇਤਕ ਮਾਸ ਬੀਤੇ ਬਹੁਰ, ਬਾਰ ਬੂੰਦ ਨਹਿ ਪਾਏ। ਇਸ ਤਰ੍ਹਾਂ ਫਿਰ ਕੁਝ ਮਹੀਨਿਆਂ ਦਾ ਸਮਾਂ ਬਤੀਤ ਹੋ ਗਿਆ, ਦੁਬਾਰਾ ਫਿਰ ਔੜ ਲੱਗ ਗਈ ਤੇ ਮੀਂਹ ਦੀ ਇੱਕ ਵੀ ਬੂੰਦ ਧਰਤੀ ਤੇ ਨਹੀਂ ਡਿੱਗੀ। ਚੌਪਈ ਗ੍ਰਾਮ ਨਿਕਟ ਕੇ ਸਰਸ ਸਕਾਨੇ। ਨਗਰ ਦੇ ਨਜ਼ਦੀਕ ਜਿੰਨੇ ਵੀ ਸਰੋਵਰ ਤਲਾਬ ਸਨ, ਸਾਰੇ ਪਾਣੀ ਤੋਂ ਜਲ ਤੋਂ ਸੁੱਕ ਗਏ ਹਨ। ਪਸ਼ੂ ਮਨੁੱਖ ਜੇ ਪਾਣੀ ਪਾਨੇ। ਜਿਸ ਜਗ੍ਹਾ ਤੇ ਪਸ਼ੂ ਮਨੁੱਖ ਜਾ ਕੇ ਪਾਣੀ ਦੀ ਜਲ ਦੀ ਪ੍ਰਾਪਤੀ ਕਰਦੇ ਨੇ, ਜਿੱਥੋਂ ਪਸ਼ੂ ਪਾਣੀ ਪੀਂਦੇ, ਉਹ ਤਲਾਬ ਸੁੱਕ ਗਏ ਹਨ। ਸ੍ਰੀ ਗੁਰੂ ਸੁਣ ਡੱਲੇ ਕੀ ਬਾਤਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਾਈ ਡੱਲੇ ਦੇ ਜਿਹੜੇ ਬਚਨ ਸਨ ਉਹ ਸਰਵਣ ਕੀਤੇ ਹਨ। ਕਹੀ ਤੁਰਕ ਸੋ ਲਿਖ ਬਖਿਆਤਾ। ਭਾਈ ਡੱਲੇ ਨੇ ਜੋ ਵਜ਼ੀਰ ਖਾਂ ਨੂੰ ਜਵਾਬ ਦਿੱਤਾ, ਉੱਤਰ ਲਿਖ ਕੇ ਭੇਜਿਆ ਨਾ, ਉਹ ਸਾਰੀ ਵਾਰਤਾ ਮਹਾਰਾਜ ਨੇ ਸੁਣੀ ਹੈ। ਜੀਵਨ ਮਰਨ ਗੁਰੂ ਕੇ ਸੰਗ। ਜਿਹਦੇ ਵਿੱਚ ਭਾਈ ਡੱਲੇ ਨੇ ਆਖਿਆ ਸੀ ਮੇਰਾ ਜੀਵਨਾ ਤੇ ਮੇਰਾ ਮਰਨਾ ਮੇਰੇ ਗੁਰੂ ਦੇ ਨਾਲ ਹੈ। ਪਠੈ ਚਮੂ ਤਬ ਕਾਲਹਿ ਜੰਗ। ਤੇ ਜੇ ਤੂੰ ਫੌਜ ਭੇਜੇਗਾ ਤੇ ਮੈਂ ਮੈਦਾਨੇ ਜੰਗ ਵਿੱਚ ਡਟ ਕੇ ਫੌਜ ਦਾ ਮੁਕਾਬਲਾ ਕਰਾਂਗਾ, ਜਾ ਕੇ ਸ਼ਹਾਦਤ ਦੀ ਪ੍ਰਾਪਤੀ ਕਰ ਲਵਾਂਗਾ। ਇਤੇ ਆਦਿਕ ਜਬ ਸਿੰਘ ਸੁਨਾਈ। ਇਸ ਪ੍ਰਕਾਰ ਜਦੋਂ ਸਿੰਘ ਨੇ ਮਹਾਰਾਜ ਜੀ ਨੂੰ ਸਾਰੀ ਵਿਥਿਆ ਸੁਣਾਈ ਹੈ, ਅਦਿਕ ਪ੍ਰਸੰਨ ਭਏ ਗੋਸਾਈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਾਈ ਡੱਲੇ ਤੇ ਬੜੇ ਪ੍ਰਸੰਨ ਹੋਏ ਹਨ। ਜਬ ਡੱਲਾ ਗੁਰ ਟਿਕ ਚਲ ਆਇਓ। ਜਦੋਂ ਭਾਈ ਡੱਲਾ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਚੱਲ ਕੇ ਆਇਆ ਹੈ, ਬੈਠ ਗਿਓ ਪਗ ਸੀਸ ਨਿਵਾਇਓ। ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਪ੍ਰੇਮ ਦੇ ਨਾਲ ਸੀਸ ਨਵਾਇਆ, ਨਮਸਕਾਰ ਕੀਤੀ ਹੈ। ਭਏ ਪ੍ਰਸੰਨ ਕਿਰਪਾਲ ਬਖਾਨਾ। ਕਿਰਪਾਲੂ ਦਿਆਲੂ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਫਰਮਾਨ ਕੀਤਾ ਹੈ। ਤੋ ਸੰਗ ਬੰਦਬ ਚੰਬੂ ਮਹਾਨਾ। ਪਾਤਸ਼ਾਹ ਕਹਿੰਦੇ ਡੱਲਿਆ ਤੇਰੇ ਨਾਲ ਫੌਜ ਹੈ, ਜਿਹਦੇ ਵਿੱਚ ਤੇਰੇ ਰਿਸ਼ਤੇਦਾਰ ਸਾਕ ਸੰਬੰਧੀ ਵੀ ਹਨ। ਰੋਜ਼ ਗੁਰੂ ਸਰਕਾਰ ਜੋ ਵਰਤੇ। ਸਾਡੇ ਪਾਸ ਜਿਤਨੇ ਵੀ ਰੋਜ਼ ਸਿਪਾਹੀ ਸਾਡੇ ਨਾਲ ਨੌਕਰੀ ਚਾਕਰੀ ਕਰਦੇ ਨੇ ਤੇ ਉਹਨਾਂ ਨੂੰ ਅਸੀਂ ਰੋਜ਼ੀਨਾ ਜੋ ਹੈ ਮਾਇਆ ਆਦਿਕ ਉਹ ਦਿੰਦੇ ਹਾਂ। ਸਭ ਚਾਕਰ ਜਿਮ ਲੈਬੋ ਕਰਤੇ। ਜਿਸ ਪ੍ਰਕਾਰ ਸਾਡੀ ਫੌਜ ਦੇ ਵਿੱਚ ਚਾਕਰ ਸਾਡੇ ਕੋਲੋਂ ਮਾਇਆ ਲੈਂਦੇ ਹਨ, ਤਿਮ ਤੂੰ ਗਿਨ ਨਿਜ ਸੰਗ ਜਿਤੇਕ। ਇਸੇ ਪ੍ਰਕਾਰ ਤੇਰੇ ਨਾਲ ਜਿਤਨੀ ਵੀ ਫੌਜ ਹੈ ਨਾ, ਤੇਰੇ ਸਮੇਤ ਤੂੰ ਵੀ ਸਾਡੇ ਕੋਲੋਂ ਨਾ ਹਰ ਰੋਜ਼ ਰੋਜ਼ੀਨਾ ਪ੍ਰਾਪਤ ਕਰਿਆ ਕਰ। ਲੀਜਹਿ ਆਪਣੋ ਰੋਜ਼ ਤਤੇਕ। ਹਰ ਰੋਜ਼ ਤੈਨੂੰ ਅਸੀਂ ਮਾਇਆ ਦਿਆ ਕਰਾਂਗੇ। ਨਿਜ ਬੰਦਪ ਬੈਰਾੜਨ ਦੀਜੈ। ਇਸ ਤਰ੍ਹਾਂ ਤੇਰੇ ਜਿਹੜੇ ਨਾਲ ਦੇ ਬੰਧਪ ਰਿਸ਼ਤੇਦਾਰ ਸਾਕ ਸੰਬੰਧੀ ਬੈਰਾੜ ਨੇ, ਉਹਨਾਂ ਨੂੰ ਵੀ ਤੂੰ ਇਹ ਰੋਜ਼ੀਨਾ ਦਿਆ ਕਰ। ਸਭ ਕੋ ਚਿਤ ਆਨੰਦ ਜੁਤ ਕੀਜੈ। ਸਾਡੇ ਕੋਲੋਂ ਮਾਇਆ ਲੈ ਕੇ ਸਾਰਿਆਂ ਦਾ ਚਿੱਤ ਆਨੰਦ ਦੇ ਸਹਿਤ ਕਰ ਦੇ। ਇਸ ਤੇ ਬਿਨਾ ਆਨ ਅਬਲਾਖਾ। ਭਾਈ ਡੱਲਾ ਜੀ, ਜੇ ਇਸ ਤੋਂ ਬਿਨਾ ਤੁਹਾਡੇ ਹਿਰਦੇ ਵਿੱਚ ਕੋਈ ਹੋਰ ਅਬਲਾਕਾ ਇੱਛਾ ਹੈ, ਸੋ ਪੀਦਹਿ ਕਰੋ ਨਿਜ ਭਾਖਾ। ਅਸੀਂ ਤੁਹਾਨੂੰ ਉਹ ਵੀ ਦੇ ਦਿਆਂਗੇ। ਸਾਨੂੰ ਦੱਸੋ ਤੁਸੀਂ ਇਸ ਤੋਂ ਇਲਾਵਾ ਹੋਰ ਕੀ ਚਾਹੁੰਦੇ ਹੋ। ਸੁਨ ਡੱਲਾ ਬੈਰਾੜ ਉਦਾਰਾ। ਮਹਾਰਾਜ ਜੀ ਦਾ ਬਚਨ ਸੁਣ ਕੇ ਭਾਈ ਡੱਲਾ ਬੈਰਾੜ ਬੋਲਿਆ ਹੈ, ਤੁਝ ਪਰ ਹਿਰਦਾ ਪ੍ਰਸੰਨ ਹਮਾਰਾ। ਹੇ ਪਾਤਸ਼ਾਹ ਜੀ, ਆਪ ਜੀ ਦਾ ਹਿਰਦਾ ਮੇਰੇ ਤੇ ਬੜਾ ਪ੍ਰਸੰਨ ਹੈ, ਆਪ ਮੇਰੇ ਤੇ ਬੜੇ ਦਿਆਲੂ ਹੋ। ਤਰਹੁ ਕਾਮਨਾ ਸੋ ਕਹਿ ਦੇਈ। ਮਹਾਰਾਜ ਜੀ, ਉਹ ਜੋ ਮੈਂ ਆਪਣੇ ਮਨ ਵਿੱਚ ਕਾਮਨਾ ਰੱਖ ਰਿਹਾ, ਉਹ ਆਪ ਜੀ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਹਾਂ। ਹਮ ਤੇ ਕਰਹੁ ਜਾਚ ਨਾ ਲਈ। ਸਤਿਗੁਰੂ ਜੀ, ਜਿਵੇਂ ਆਪ ਜੀ ਕਹਿ ਰਹੇ ਹੋ ਕਿ ਜੋ ਕੁਝ ਤੂੰ ਮੰਗਣਾ ਚਾਹੁੰਦਾ ਸਾਡੇ ਕੋਲੋਂ ਲੈ ਲੈ। ਸੁਨ ਡੱਲੇ ਕਰ ਜੋਰ ਉਚਾਰੀ। ਭਾਈ ਡੱਲੇ ਨੇ ਹੱਥ ਜੋੜ ਕੇ ਅਰਦਾਸ ਕੀਤੀ ਹੈ, ਪਾਤਸ਼ਾਹ ਚਹਜਤ ਅਬ ਭਾਰੀ। ਹੇ ਪਾਤਸ਼ਾਹ ਜੀ, ਮੇਰੇ ਮਨ ਦੇ ਅੰਦਰ ਇੱਕੋ ਹੀ ਲਾਲਸਾ ਹੈ, ਇੱਕੋ ਹੀ ਚਾਹਨਾ ਹੈ। ਪਸ਼ ਪੰਛੀ ਮਾਨਵ ਸਮੁਦਾਇਆ। ਸਾਡੇ ਇਲਾਕੇ ਦੇ ਵਿੱਚ ਜਿੰਨੇ ਪਸ਼ੂ ਮਨੁੱਖ ਆਦਿਕ ਹਨ, ਬਿਨਾ ਨੀਰ ਤੇ ਹੋਏ ਬਿਕੁਲਾਇਆ। ਇਹ ਸਾਰੇ ਜਲ ਤੋਂ ਬਿਨਾਂ
ਵਿਆਕੁਲ ਹੋ ਗਏ ਹਨ, ਸਾਰੇ ਪਾਸੇ ਸੋਕਾ ਪੈ ਗਿਆ ਹੈ। ਜੇ ਪ੍ਰਸੰਨ ਬਰਖਾ ਦਿਓ ਅਬੈ, ਮਹਾਰਾਜ ਜੀਓ ਜੇ ਆਪ ਜੀ ਮੇਰੇ ਤੇ ਬਹੁਤੇ ਪ੍ਰਸੰਨ ਹੋ ਨਾ ਤੇ ਹੁਣੇ ਵਰਖਾ ਵਰਖਾ ਦਿਓ। ਟੋਬਹਿ ਪੁਰੈ ਲਹੈ ਸੁਖ ਸਬੈ, ਇਥੋਂ ਦੇ ਜਿੰਨੇ ਵੀ ਟੋਬੇ ਹਨ, ਸਰ ਤਲਾਬ ਨੇ, ਉਹ ਜਲ ਦੇ ਨਾਲ ਭਰ ਜਾਣਗੇ। ਜੇ ਤਰੁੱਠੇ ਹੋ ਕਿਰਪਾ ਕਰ ਦਿਓ ਮਹਾਰਾਜ, ਫਿਰ ਮੀਂਹ ਬਰਖਾ ਦਿਓ। ਸੁਨ ਕਰ ਐਸੇ ਪ੍ਰਭੂ ਉਚਾਰਾ, ਐਸੇ ਬਚਨ ਸੁਣ ਕੇ ਮਹਾਰਾਜ ਸਤਿਗੁਰੂ ਕਲਗੀਧਰ ਜੀ ਫਰਮਾਨ ਕਰਦੇ ਹਨ। ਮਿਹੋ ਕਹਾ ਹਮ ਕਾਖ ਮਝਾਰਾ, ਮਹਾਰਾਜ ਕਹਿੰਦੇ ਡਲਿਆ ਮੀਂਹ ਕਿਹੜਾ ਅਸੀਂ ਆਪਣੀ ਕੱਛ ਵਿੱਚ ਰੱਖਿਆ ਹੋਇਆ ਹੈ, ਜਿਸ ਤੇ ਅਬ ਨਿਕਾਸ ਕਰ ਦਹਿ, ਜਿੱਥੋਂ ਅਸੀਂ ਮੀਂਹ ਕੱਢ ਕੇ ਤੈਨੂੰ ਦੇ ਦਈਏ। ਵੀ ਅਸੀਂ ਕਿਹੜਾ ਮੀਂਹ ਆਪਣੀ ਕੱਛ ਵਿੱਚ ਰੱਖਿਆ, ਪਹਿਲਾਂ ਵੀ ਆਇਆ ਸੀ ਵੀ ਮੀਂਹ ਪਾ ਦਿਓ, ਹੁਣ ਫੇਰ ਆ ਕੇ ਕਹੀ ਜਾਣਾ ਵੀ ਮੀਂਹ ਚਾਹੀਦਾ ਹੈ। ਅਪਰ ਕਾਮਨਾ ਜਾਚਨ ਲਹੈ, ਮੀਂਹ ਤੋਂ ਇਲਾਵਾ ਜੇਕਰ ਹੋਰ ਤੇਰੇ ਮਨ ਦੇ ਅੰਦਰ ਕੋਈ ਕਾਮਨਾ ਨਾ, ਉਹ ਸਾਡੇ ਕੋਲੋਂ ਮੰਗ ਲੈ। ਇਮ ਕਹਿ ਸੁਨ ਹੋਏ ਸ਼ਬ ਮੌਨ, ਇਤਨੇ ਬਚਨ ਸੁਣ ਕੇ ਨਾ ਜਿੰਨੇ ਵੀ ਸਨ ਸਾਰੇ ਖਾਮੋਸ਼ ਹੋ ਗਏ, ਚੁੱਪ ਹੋ ਗਏ ਹਨ। ਕੇਤਕ ਸਮੇਂ ਥਿਰ ਗਾਪਨ ਭਾਉਨ, ਕੁਝ ਕੁ ਸਮਾਂ ਮਹਾਰਾਜ ਦੇ ਦਰਬਾਰ ਵਿੱਚ ਬਹਿ ਕੇ ਤੇ ਭਾਈ ਡੱਲਾ ਆਪਣੇ ਘਰ ਨੂੰ ਵਾਪਸ ਚਲਾ ਗਿਆ ਹੈ। ਅਗਲੇ ਦਿਵਸ ਰੋਜ਼ ਬਰਤੰਤਾ, ਸਾਧ ਸੰਗਤ ਜੀ ਅਗਲੇ ਦਿਨ ਫੇਰ ਦੁਬਾਰਾ ਡੱਲਾ ਮਹਾਰਾਜ ਦੇ ਦਰਬਾਰ ਵਿੱਚ ਆਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇਤਾਂ ਪ੍ਰਤੀ ਜਿਹੜੀ ਮਾਇਆ ਸੀ ਨਾ, ਚਾਕਰ ਜਿਹੜੇ ਨੌਕਰ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਰਹਿੰਦੇ ਸਨ, ਕੁਝ ਤਾਂ ਖਾਲਸੇ ਗੁਰੂ ਕੇ ਪ੍ਰੇਮੀ ਸਿੱਖ ਸਨ ਜਿਹੜੇ ਅੱਠੇ ਪੈਰ ਗੁਰੂ ਸਾਹਿਬ ਦੀ ਚਾਕਰੀ ਕਰਦੇ ਸਨ, ਤੇ ਕੁਝ ਮਹਾਰਾਜ ਕੋਲ ਨੌਕਰੀ ਚਾਕਰੀ ਕਰਦੇ ਸਨ। ਉਹਨਾਂ ਨੂੰ ਨੇਤਾ ਪ੍ਰਤ ਮਹਾਰਾਜ ਮਾਇਆ ਵੰਡਿਆ ਕਰਦੇ ਸਨ। ਚਾਕਰ ਗਨ ਗਿਨ ਗਿਨ ਸੁਲਹੰਤਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਇਆ ਵਰਤਾਉਂਦੇ ਸਨ। ਇੱਧਰ ਜਿਹੜਾ ਡੱਲਾ ਸੀ ਉਹ ਵੀ ਆਪਣੀ ਫੌਜ ਜਿਹੜੀ ਸੀ ਉਹਨਾਂ ਦੇ ਵਿੱਚ ਜਿੰਨੇ ਚਾਕਰ ਉਹਨਾਂ ਨੂੰ ਗਿਣ ਗਿਣ ਕੇ ਮਾਇਆ ਵਰਤਾਉਂਦਾ ਹੈ। ਤਬ ਡੱਲਾ ਬੰਧਨ ਹਿਤ ਆਇਓ, ਇੱਧਰ ਸਤਿਗੁਰ ਜੀ ਜਦੋਂ ਰਜੀਨਾ ਦੇ ਰਹੇ ਸਨ, ਇਤਨੇ ਨੂੰ ਡੱਲਾ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਨ ਵਾਸਤੇ ਆਇਆ ਹੈ। ਬੈਠਤ ਪਗ ਪਰ ਸੀਸ ਨਿਵਾਇਓ, ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਪ੍ਰੇਮ ਦੇ ਨਾਲ ਸੀਸ ਨਿਵਾਇਆ, ਨਮਸਕਾਰ ਕੀਤੀ ਹੈ। ਕਰ ਕਰ ਲੇਖਾ ਸਭ ਚਿਤ ਚੇਤੇ, ਸਾਧ ਸੰਗਤ ਜੀ ਕਹਿੰਦੇ ਜਿਤਨੇ ਵੀ ਮਹਾਰਾਜ ਦੀ ਫੌਜ ਵਿੱਚ ਸਿਪਾਹੀ ਸਨ, ਸਾਰੇ ਜਾਣੇ ਆਪਣਾ ਹਿਸਾਬ ਕਿਤਾਬ ਚਿੱਤ ਵਿੱਚ ਚੇਤੇ ਕਰਕੇ ਯਾਦ ਕਰਕੇ ਆਵਤ ਜਾਤ ਲੇਤ ਇੱਕ ਦੇਤੇ, ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਨੇ, ਆ ਕੇ ਆਪਣੀ ਮਾਇਆ ਲੈ ਜਾਂਦੇ ਹਨ। ਤਿਨ ਦਿਸ਼ ਦੇਖਤ ਪ੍ਰਭੂ ਬਖਾਨਾ, ਜਦੋਂ ਭਾਈ ਡੱਲਾ ਦਰਬਾਰ ਵਿੱਚ ਆਇਆ ਤੇ ਸਾਹਿਬ ਜੀ ਨੇ ਉਹਦੇ ਵੱਲ ਵੇਖ ਕੇ ਫਿਰ ਬਚਨ ਕੀਤਾ ਹੈ। ਲਿਹੋ ਡੱਲਾ ਨਿਜ ਰੋਜ ਮਹਾਨਾ, ਮਹਾਰਾਜ ਜੀ ਨੇ ਆਖਿਆ ਡੱਲਿਆ ਤੂੰ ਹੁਣ ਆਪਣਾ ਰੋਜ਼ੀਨਾ ਲੈ ਲੈ, ਕਿਉਂਕਿ ਜਦੋਂ ਪਹਿਲੇ ਦਿਨ ਡੱਲਾ ਆਇਆ ਸੀ ਨਾ, ਮਹਾਰਾਜ ਨੇ ਉਸੇ ਦਿਨ ਹੀ ਹੁਕਮ ਕੀਤਾ ਸੀ ਵੀ ਅਸੀਂ ਮਾਇਆ ਤੈਨੂੰ ਦਿਆ ਕਰਾਂਗੇ। ਜਿਤਨੀ ਵੀ ਤੇਰੀ ਫੌਜ ਹੈ, ਪਹਿਲਾਂ ਡੱਲਾ ਆਪ ਦਿੰਦਾ ਸੀ ਮਾਇਆ, ਹੁਣ ਅਸੀਂ ਤੈਨੂੰ ਮਾਇਆ ਦਿਆ ਕਰਾਂਗੇ। ਤੇ ਜਦੋਂ ਡੱਲਾ ਆਇਆ ਤੇ ਪਾਤਸ਼ਾਹ ਕਹਿੰਦੇ ਵੀ ਤੂੰ ਹੁਣ ਸਾਡੇ ਕੋਲੋਂ ਆਪਣਾ ਰੋਜ਼ੀਨਾ ਲੈ ਲੈ। ਅਪਰ ਕਾਮਨਾ ਪੀ ਲਿਓ ਸੰਗ, ਨਾਲ ਫੇਰ ਕਹਿ ਦਿੱਤਾ ਵੀ ਜੇ ਤੇਰੇ ਹਿਰਦੇ ਵਿੱਚ ਹੋਰ ਕੋਈ ਕਾਮਨਾ ਉਹ ਵੀ ਦੱਸ ਦੇ, ਉਹ ਵੀ ਅਸੀਂ ਤੈਨੂੰ ਦੇ ਦਿਆਂਗੇ। ਜਾਚ ਲਿਓ ਆਪਨੋ ਹਿਤ ਅੰਗ, ਮਹਾਰਾਜ ਜੀ ਕਹਿੰਦੇ ਜੋ ਤੈਨੂੰ ਆਪਣੇ ਭਲੇ ਵਾਸਤੇ ਚਾਹੀਦਾ ਨਾ ਉਹ ਸਾਡੇ ਕੋਲੋਂ ਮੰਗ ਲੈ। ਸੁਨ ਡੁੱਲੇ ਕਰ ਜੋਰ ਉਚਾਰੀ, ਮਹਾਰਾਜ ਦੇ ਬਚਨ ਸੁਣ ਕੇ ਭਾਈ ਡੱਲੇ ਨੇ ਫਿਰ ਹੱਥ ਜੋੜ ਕੇ ਅਰਦਾਸ ਕੀਤੀ ਹੈ। ਪਾਤਸ਼ਾਹ ਦੇਹੋ ਬਰਖਾ ਬਾਰੀ, ਇਹ ਪਾਤਸ਼ਾਹ ਜੀ ਸਾਨੂੰ ਬਰਖਾ ਚਾਹੀਦੀ ਹੈ, ਮੀਂਹ ਚਾਹੀਦਾ ਹੈ, ਜੇ ਤਰੁੱਠੇ ਹੋ ਤੇ ਕਿਰਪਾ ਕਰਕੇ ਮੀਂਹ ਪਵਾ ਦਿਓ। ਪ੍ਰਾਣੀ ਹਰਖੈ ਜਿਸ ਤੇ ਸਾਰੇ, ਮੀਂਹ ਪੈ ਜਾਏਗਾ ਤੇ ਇੱਥੋਂ ਦੇ ਸਾਰੇ ਪ੍ਰਾਣੀ ਖੁਸ਼ ਪ੍ਰਸੰਨ ਹੋ ਜਾਣਗੇ। ਇਸ ਤੇ ਅਪਰ ਨ ਚਾਹ ਉਧਾਰੇ, ਇਸ ਤੋਂ ਇਲਾਵਾ ਮਹਾਰਾਜ ਜੀਓ ਮੇਰੇ ਮਨ ਅੰਦਰ ਕਿਸੇ ਪ੍ਰਕਾਰ ਦੀ ਕੋਈ ਚਾਹਨਾ ਨਹੀਂ ਹੈ। ਖੁਸ਼ੀ ਆਪ ਕੀ ਸਭ ਹਨ ਉਪਰ, ਆਪ ਜੀ ਦੀ ਸਾਰਿਆਂ ਉੱਪਰ ਬੜੀ ਖੁਸ਼ੀ ਹੈ, ਆਪ ਸਾਰਿਆਂ ਤੇ ਬੜੇ ਪ੍ਰਸੰਨ ਹੋ, ਰਹਿਮਤਾਂ ਬਰਸਾ ਰਹੇ ਹੋ। ਕਨੀ ਦੇਹੋ ਬਰਖਾ ਅਬ ਪੂਪਰ, ਬਸ ਇੱਕੋ ਹੀ ਲਾਲਸਾ ਹੈ, ਆਪ ਜੀ ਕਿਰਪਾ ਕਰਕੇ ਘਣੀ ਜਿਹੜੀ ਵਰਖਾ ਹੈ ਨਾ ਉਹ ਧਰਤੀ ਤੇ ਬਰਖਾ ਦਿਓ। ਮੌਨ ਪੋਏ ਸੁਨ ਕੈ ਗੁਣ ਖਾਨੀ, ਗੁਣਾਂ ਦੀ ਖਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਡੱਲੇ ਦੇ ਬਚਨ ਸੁਣ ਕੇ ਫਿਰ ਚੁੱਪ ਹੋ ਗਏ। ਸਭ ਚਾਹਤ ਸਰ ਰਹਿਓ ਨਾ ਬਾਨੀ, ਸਤਿਗੁਰ ਜੀ ਮਨ ਵਿੱਚ ਵਿਚਾਰਦੇ ਨੇ ਸਾਰੇ ਮੀਂਹ ਹੀ ਚਾਹੁੰਦੇ ਨੇ, ਕਿਉਂਕਿ ਸਰੋਵਰਾਂ ਦਾ ਪਾਣੀ ਵੀ ਸੁੱਕ ਚੁੱਕਾ ਹੈ। ਤਬ ਉਠ ਗਮਨਿਓ ਡੱਲਾ ਘਰ ਕੋ,
ਮਹਾਰਾਜ ਨੇ ਜਦੋਂ ਕੋਈ ਫਿਰ ਜਵਾਬ ਨਾ ਦਿੱਤਾ ਤੇ ਡੱਲਾ ਉੱਠ ਕੇ ਫਿਰ ਘਰ ਨੂੰ ਚਲਾ ਗਿਆ। ਨਿਤ ਹਰ ਖਾਏ ਸੇਵ ਕਰ ਗੁਰ ਕੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਦਾ, ਨਿਤਾਂ ਪ੍ਰਤੀ ਬੜਾ ਪ੍ਰਸੰਨ ਖੁਸ਼ ਹੁੰਦਾ ਹੈ। ਸੋ ਦਿਨ ਜਾਮਨ ਬੀਤੇ ਜਬੈ। ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਵੀ ਦਿਨ ਤੇ ਰਾਤ ਦਾ ਸਮਾਂ ਜਦੋਂ ਬਤੀਤ ਹੋ ਗਿਆ ਹੈ, ਦਰਸ ਕਰਨ ਆਇਓ ਪੁਨ ਤਬੈ। ਅਗਲੇ ਦਿਨ ਜਦੋਂ ਭਾਈ ਡੱਲਾ ਫਿਰ ਦਰਬਾਰ ਵਿੱਚ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਆਇਆ ਹੈ, ਬੈਠ ਗਇਓ ਗੁਰ ਕੇ ਚਿਤ ਆਇਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜਦੋਂ ਚਰਨਾਂ ਵਿੱਚ ਭਾਈ ਡੱਲਾ ਬੈਠਿਆ ਹੈ, ਯਥਾ ਤੁਰਕ ਸੋ ਲਿਖਿਓ ਪਠਾਇਓ। ਮਹਾਰਾਜ ਨੂੰ ਫਿਰ ਖਿਆਲ ਵਿੱਚ ਆਇਆ ਕਿ ਭਾਈ ਡੱਲੇ ਨੇ ਵਜ਼ੀਰ ਖਾਨ ਨੂੰ ਲਿਖ ਕੇ ਭੇਜਿਆ ਸੀ ਕਿ ਸਾਡਾ ਜੀਵਣਾ ਤੇ ਮਰਨਾ ਗੁਰੂ ਦੇ ਨਾਲ। ਇਹ ਗੱਲ ਮਹਾਰਾਜ ਨੂੰ ਫਿਰ ਚੇਤੇ ਆ ਗਈ ਹੈ। ਹੋਏ ਪ੍ਰਸੰਨ ਦਿਓ ਕੁਛ ਚਾਹਤ। ਮਹਾਰਾਜ ਪ੍ਰਸੰਨ ਹੋ ਕੇ ਭਾਈ ਡੱਲੇ ਨੂੰ ਕੁਝ ਦੇਣਾ ਚਾਹੁੰਦੇ ਹਨ। ਰੀਝ ਪਚਾਏ ਨਾ ਦੇਤ ਉਮਾਹਤ। ਕਹਿੰਦੇ ਜਿਹੜੀ ਦੇਣ ਦੀ ਚਾਹਨਾ ਹੈ ਨਾ, ਉਹ ਪਚਾ ਨਹੀਂ ਸਕ ਰਹੇ ਮਹਾਰਾਜ ਕਲਗੀਧਰ ਜੀ। ਜਿਹੜੀ ਦੇਣ ਦੀ ਚਾਹਨਾ ਹੈ ਨਾ, ਉਹ ਪਚ ਨਹੀਂ ਰਹੀ ਅੰਦਰ। ਜਦੋਂ ਡੱਲਾ ਫਿਰ ਆਇਆ ਤੇ ਫਿਰ ਖੁਸ਼ ਹੋ ਗਏ, ਡੱਲਿਆ ਅੱਜ ਫੇਰ ਆ ਗਏ ਆ, ਦੱਸ ਤੈਨੂੰ ਕੀ ਦਈਏ, ਮੰਗ ਕੁਝ ਮੰਗਦਾ ਹੈ। ਡੱਲੇ ਬਿਰਾੜ ਜਾਚ ਅਬਲੇ ਹੋ। ਮਹਾਰਾਜ ਕਹਿੰਦੇ ਡੱਲੇ ਬਿਰਾੜ ਹੁਣ ਤੂੰ ਸਾਡੇ ਕੋਲੋਂ ਕੁਝ ਮੰਗ ਲੈ। ਜੋ ਮੁਖ ਕਹੈ ਤਥਾ ਕਰ ਦੇ ਹਾਂ। ਜੋ ਤੂੰ ਮੁਖ ਰਾਹੀਂ ਕਹੇਗਾ ਨਾ, ਅਸੀਂ ਉਹ ਤੈਨੂੰ ਦੇ ਦਿਆਂਗੇ। ਸ੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ। ਭਾਈ ਡੱਲਾ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ ਜੀ, ਜੇ ਤਰੁੱਠੇ ਹੋ ਦੇਹੋ ਬਰਖਾ ਪ੍ਰਾਣੀ ਸਭ ਜਾਚੇ। ਮਹਾਰਾਜ ਬਰਖਾ ਦੇ ਦਿਓ, ਮੀਂਹ ਵਰਸਾ ਦਿਓ। ਇੱਥੋਂ ਦੇ ਸਾਰੇ ਪ੍ਰਾਣੀ ਮੀਂਹ ਹੀ ਮੰਗਦੇ ਹਨ। ਸੁਨਤ ਪ੍ਰਸੰਨ ਕਿਰਪਾਲ ਮਹਾਨਾ। ਮਹਾਰਾਜ ਕਲਗੀਧਰ ਜੀ ਬੜੇ ਪ੍ਰਸੰਨ ਹੋਏ ਭਾਈ ਡੱਲੇ ਦੀ ਬੇਨਤੀ ਸੁਣ ਕੇ। ਸ਼੍ਰੀ ਮੁਖ ਤੇ ਮੁਸਕਾਏ ਬਖਾਨਾ। ਸਤਿਗੁਰੂ ਜੀ ਆਪਣੇ ਮੁਖ ਦੁਆਰਾ ਮੁਸਕਰਾ ਕੇ ਬਚਨ ਕਰਦੇ ਹਨ। ਜੱਟਾਂ ਦਾ ਬੋਲ ਬਾਣੀਏ ਦੀ ਚੁੱਪ। ਗੁਰੂ ਕਾ ਵਾਕ ਬ੍ਰਾਹਮਣ ਦਾ ਸਾਕ। ਮਹਾਰਾਜ ਕਲਗੀਧਰ ਜੀ ਕਹਿੰਦੇ ਜੱਟ ਦਾ ਬੋਲ ਬਾਣੀਏ ਦੀ ਚੁੱਪ। ਵੀ ਜੱਟ ਦਾ ਬੋਲ ਤੇ ਬਾਣੀਆਂ ਜਿਹੜਾ ਹੁੰਦਾ ਉਹਦੀ ਚੁੱਪ। ਫਿਰ ਕਹਿੰਦੇ ਗੁਰੂ ਦਾ ਵਾਕ ਤੇ ਬ੍ਰਾਹਮਣ ਦਾ ਸਾਕ ਜਿਹੜਾ ਹੈ ਨਾ, ਇਹ ਨਹੀਂ ਕਦੇ ਟਲਦਾ ਹੁੰਦਾ। ਇਹ ਆਪਣੀ ਗੱਲ ਤੋਂ ਕਦੇ ਟਲਦੇ ਨਹੀਂ ਹੁੰਦੇ। ਜੋ ਇੱਕ ਵਾਰੀ ਧਾਰ ਲੈਂਦੇ ਨੇ ਨਾ, ਫਿਰ ਉਹ ਕਰਾ ਕੇ ਹੀ ਰਹਿੰਦੇ ਨੇ। ਭਾਈ ਡੱਲਿਆ ਤੂੰ ਵੀ ਨਹੀਂ ਟਲਦਾ, ਹੁਣ ਮੀਂਹ ਪਵਾ ਕੇ ਹੀ ਹਟੇਗਾ। ਜਿਸ ਤਰ੍ਹਾਂ ਮਹਾਰਾਜ ਕਲਗੀਧਰ ਜੀ ਬਖਸ਼ਿਸ਼ਾਂ ਕਰਨਗੇ ਤੇ ਆਪਾਂ ਕੱਲ ਦੇ ਦੀਵਾਨਾਂ ਵਿੱਚ ਇਹ ਪ੍ਰਕਰਨ ਸਰਵਣ ਕਰਾਂਗੇ। ਮੇਰੇ ਪਾਤਸ਼ਾਹ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ। ਭਾਈ ਸਾਹਿਬ ਨੇ ਜਿਹੜਾ ਬਚਨ ਲਿਖਿਆ ਵੀ ਦੇਣ ਦੀ ਚਾਹਨਾ ਜਿਹੜੀ ਨਾ, ਉਹ ਪਚਾ ਨਹੀਂ ਸਕ ਰਹੇ ਮਹਾਰਾਜ ਕਲਗੀਧਰ ਜੀ। ਹਿਰਦਾ ਜਿਹੜਾ ਨਾ ਉਮਗ ਰਿਹਾ ਮਹਾਰਾਜ ਦਾ ਵੀ ਮੈਂ ਭਾਈ ਡੱਲੇ ਨੂੰ ਕੁਝ ਦੇ ਦਿਆਂ। ਮਹਾਰਾਜ ਇੱਦਾਂ ਆਪਣੇ ਸਿੱਖਾਂ ਨੂੰ ਬਖਸ਼ਿਸ਼ਾਂ ਬਖਸ਼ਦੇ ਨੇ, ਪਰ ਅਸੀਂ ਲੈਣ ਦੇ ਪਾਤਰ ਅਧਿਕਾਰੀ ਬਣ ਜਾਈਏ। ਸਾਡੇ ਤੇ ਮਹਾਰਾਜ ਇਹ ਕਿਰਪਾ ਕਰਨ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ ਸੀ ਪ੍ਰਭ ਨਾਸ। ਹੇ ਪੂਰਨ ਹੈ ਸਰਬ ਮੈਂ ਵੰਜਨ ਗੁਣ ਤਾਸ। ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ।
ਗੁਣ ਨਿਦਾਨ ਰਾਖੈ ਸਦਾ ਸਦਾ ਵਿਵੇਕ ਏ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਏ ਸੰਤਹ ਕੇ ਸਦਾ ਸੰਗ ਨੇ ਧਾਰਾ ਆਧਾਰ ਏ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ